ਜਿਹੜੇ ਇੰਟੈਲੀਜੈਂਟ ਲੋਕ ਨੇ ਉਹਨਾਂ ਦੀ ਭਾਸ਼ਾ ਹੋ ਗਈ ਸੰਸਕ੍ਰਿਤ ਤੇ ਜਿਹੜਾ ਆਮ ਜਨਮਾਨਸ ਹੈ ਉਹਦੀ ਭਾਸ਼ਾ ਹੋ ਗਈ ਪ੍ਰਾਕ੍ਰਿਤ। ਜਦੋਂ ਉਹਨਾਂ ਲੋਕਾਂ ਦਾ ਸੁਸਾਇਟੀ ਦੇ ਸਟਰਕਚਰ ਦੇ ਵਿੱਚ ਕੋਈ ਦੇਣ ਨਹੀਂ ਮੰਨੀ ਜਾਣ ਲੱਗੀ, ਕਿਉਂਕਿ ਜਿਸ ਭਾਸ਼ਾ ਦੇ ਵਿੱਚ ਉਹ ਸੁਸਾਇਟੀ ਦੇ ਸਟਰਕਚਰ ਕੋਡ ਹੋ ਰਹੇ ਸੀ ਉਹ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ, ਤਾਂ ਹੋਇਆ ਕਿ ਉਹ ਲੋਕ ਜਿਹੜੇ ਨੇ ਉਹਨਾਂ ਨੇ ਬਕਾਇਦਾ ਉਹਨਾਂ ਨੂੰ ਉਸ ਪੂਰੇ ਸੁਸਾਇਟੀ ਦੇ ਸਟਰਕਚਰ ਚੋਂ ਹੀ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਔਰ ਕਿੰਨੇ ਕੱਢਣਾ, ਫਿਰ ਜੋ ਇੱਕ ਕਲਾਸ ਸਿਸਟਮ ਨਿਕਲ ਕੇ ਆਈ ਉਹਨੂੰ ਅਸੀਂ ਕਹਿੰਦੇ ਆ ਕਿ ਉਹ ਬ੍ਰਾਹਮਣ ਤੇ ਸ਼ੂਦਰ ਦੇ ਜਿਹੜਾ ਸਿਸਟਮ ਆ, ਜਾਤੀ ਸਿਸਟਮ, ਉੱਥੋਂ ਨਿਕਲ ਕੇ ਆਇਆ। ਸੋਚ ਕੇ ਦੇਖਿਓ ਜੇ ਕਿ ਪੰਜਾਬੀ ਨਾਲੋਂ ਅਸੀਂ ਹਿੰਦੀ ਨੂੰ ਬੈਟਰ ਮੰਨਦੇ ਹਾਂ, ਹਿੰਦੀ ਨਾਲੋਂ ਅਸੀਂ ਅੰਗਰੇਜ਼ੀ ਨੂੰ ਬੈਟਰ ਮੰਨਦੇ ਹਾਂ, ਅਤੇ ਅੰਗਰੇਜ਼ੀ ਵਿੱਚ ਵੀ ਅਸੀਂ ਉਸ ਅੰਗਰੇਜ਼ੀ ਨੂੰ ਹੋਰ ਬੈਟਰ ਮੰਨਦੇ ਹਾਂ ਜਿਹੜੀ ਅੰਗਰੇਜ਼ਾਂ ਦੇ ਸਟਾਈਲ ਦੇ ਵਿੱਚ ਬੋਲੀ ਜਾਵੇ। ਇਹਦਾ ਕਾਰਨ ਕੀ ਹੈ? ਕਿਉਂਕਿ ਸਾਡਾ ਅੱਜ ਵੀ ਝੁਕਾਅ ਇਹੀ ਹੈ ਕਿ ਅੰਗਰੇਜ਼ ਸਾਡੇ ਨਾਲੋਂ ਕਿਤੇ ਬੈਟਰ ਹੈ। ਇਹ ਸਾਡੇ ਜਿਹੜਾ ਕੋਲੋਨਾਈਜ਼ਡ ਮਾਈਂਡ ਹੈ ਉਹ ਅੱਜ ਵੀ ਇਹੀ ਮੰਨ ਕੇ ਬੈਠਾ ਹੈ ਕਿ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਹ ਸ਼ਾਸਕ ਦੀ ਭਾਸ਼ਾ ਹੈ, ਉਹ ਪਾਵਰ ਦੀ ਭਾਸ਼ਾ ਹੈ, ਅਤੇ ਜਿਹੜੀ ਪੰਜਾਬੀ ਭਾਸ਼ਾ ਉਹ ਪਾਵਰ ਦੀ ਭਾਸ਼ਾ ਨਹੀਂ। ਇਹ ਅਸੀਂ ਮੰਨ ਕੇ ਬੈਠੇ ਹਾਂ ਅੱਜ ਵੀ। ਤੁਸੀਂ ਕਿਸੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਂਦੇ ਆ ਔਰ ਤੁਸੀਂ ਆਪਣਾ ਕੋਈ ਸੁਪਰਵਾਈਜ਼ਰ ਚੁਣ ਲੈਂਦੇ ਆ। ਹੁਣ ਤੁਸੀਂ ਆਪਣੇ ਸੁਪਰਵਾਈਜ਼ਰ ਨੂੰ ਗਾਈਡ ਨਹੀਂ ਕਰ ਸਕਦੇ ਕਿ ਪਹਿਲਾਂ ਤੂੰ ਮੇਰੀ ਭਾਸ਼ਾ ਸਿੱਖ ਕੇ ਆ, ਫਿਰ ਮੈਂ ਤੇਰੇ ਕੋਲੋਂ ਪੜ੍ਹੂੰਗਾ। ਫਿਰ ਸਾਨੂੰ ਕਿਉਂ ਲੱਗਦਾ ਹੈ ਕਿ ਅਸੀਂ ਆਪਣੇ ਗੁਰੂ ਨੂੰ ਗਾਈਡ ਕਰ ਸਕਦੇ ਹਾਂ ਕਿ ਤੂੰ ਫਰੈਂਚ ਸਿੱਖ, ਤੂੰ ਫਰੈਂਚ ਵਿੱਚ ਟਰਾਂਸਲੇਟ ਹੋ, ਮੇਰੇ ਨਾਲ ਫਰੈਂਚ 'ਚ ਗੱਲ ਕਰ, ਜਾਂ ਮੇਰੇ ਨਾਲ ਇੰਗਲਿਸ਼ 'ਚ ਗੱਲ ਕਰ, ਜਾਂ ਮੇਰੇ ਨਾਲ ਸਪੈਨਿਸ਼ 'ਚ ਗੱਲ ਕਰ, ਫਿਰ ਮੈਂ ਤੇਰੇ ਨਾਲ ਗੱਲ ਕਰੂੰਗਾ। ਗੁਰੂ ਦੀ ਭਾਸ਼ਾ ਤਾਂ ਗੁਰਮੁਖੀ ਹੀ ਹੈ ਔਰ ਉਹਨਾਂ ਨੇ ਗੁਰਮੁਖੀ ਦੇ ਵਿੱਚ ਹੀ ਗੱਲ ਕਰਨੀ ਹੈ। ਉਸ ਤੋਂ ਬਿਨਾਂ ਅਗਰ ਕੋਈ ਸਿੱਖ ਜਾਂ ਕੋਈ ਗੁਰਸਿੱਖ ਜਿਹੜਾ ਹੈ ਉਹ ਸਮਝਦਾ ਹੈ ਕਿ ਮੈਂ ਟਰਾਂਸਲੇਸ਼ਨ ਦੇ ਵਿੱਚ ਗੁਰੂ ਭਾਸ਼ਾ ਨਾਲ ਗੱਲ ਕਰ ਲੂੰਗਾ, ਨਾ, ਤੁਸੀਂ ਇੰਟਰਪ੍ਰੇਟਰ ਨਾਲ ਤਾਂ ਗੱਲ ਕਰ ਰਹੇ ਹੋ ਸਕਦੇ ਹੋ, ਗੁਰੂ ਨਾਲ ਗੱਲ ਨਹੀਂ ਕਰ ਰਹੇ ਹੋ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ ਸਵਾਗਤ ਕਰਦੀ ਹਾਂ। ਐਪੀਸੋਡ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਆਪ ਸਭ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ, ਔਰ ਬੇਨਤੀ ਇਹ ਹੈ ਕਿ ਜਿਹੜੀਆਂ ਤੁਹਾਡੀਆਂ ਈਮੇਲਸ ਦਾ ਸਿਲਸਿਲਾ ਹੈ ਉਹਨੂੰ ਤੁਸੀਂ ਲਗਾਤਾਰ ਬਣਾਏ ਰੱਖੋ, ਤਾਂ ਕਿ ਮੈਨੂੰ ਪਤਾ ਚੱਲਦਾ ਰਹੇ ਕਿ ਮੈਂ ਕਿੱਥੇ ਗਲਤ ਜਾ ਰਹੀ ਹਾਂ ਜਾਂ ਮੈਨੂੰ ਕਿੱਥੇ ਇੰਪਰੂਵਮੈਂਟ ਦੀ ਲੋੜ ਹੈ, ਜਾਂ ਤੁਹਾਡੇ ਸਵਾਲ ਕੀ ਨੇ, ਕਿਆ ਮੈਂ ਉਹਨਾਂ ਸਵਾਲਾਂ ਦੇ ਕਿਸੇ ਹੱਦ ਤੱਕ ਵੀ ਜਵਾਬ ਦੇ ਪਾ ਰਹੀ ਹਾਂ ਕਿ ਨਹੀਂ ਦੇ ਪਾ ਰਹੀ। ਉਹ ਜਿਹੜੇ ਈਮੇਲਸ ਦਾ ਸਿਲਸਿਲਾ ਹੈ ਉਹ ਮੈਨੂੰ ਇੱਕ ਤਾਂ ਕੌਨਫੀਡੈਂਸ ਦਿੰਦਾ ਆ, ਦੂਸਰਾ ਮੈਨੂੰ ਸ਼ੀਸ਼ਾ ਦਿਖਾਉਂਦਾ ਰਹਿੰਦਾ ਹੈ। ਜਦੋਂ ਕੋਈ ਕਿਸੇ ਦੀ ਈਮੇਲ ਇਹ ਵੀ ਆਉਂਦੀ ਹੈ ਨਾ ਕਿ ਤੁਸੀਂ ਇੱਥੇ ਇਹ ਗਲਤ ਬੋਲ ਗਏ ਸੀ, ਤਾਂ ਮੈਨੂੰ ਮੇਰਾ ਆਪਣਾ ਇੱਕ ਸ਼ੀਸ਼ਾ ਦਿਖਦਾ ਰਹਿੰਦਾ ਕਿ ਹਾਂ ਠੀਕ ਆ, ਕਿ ਮੈਂ ਇੱਥੇ ਅਗਲੀ ਵਾਰੀ ਇਹ ਜਿਹੜੀ ਕਰੈਕਸ਼ਨ ਆ ਉਹ ਕਰਨੀ ਆ। ਸੋ ਇਸ ਕਰਕੇ ਮੇਰੀ ਬੇਨਤੀ ਆਪ ਸਭ ਦੇ ਚਰਨਾਂ ਵਿੱਚ ਕਿ ਜ਼ਰੂਰ ਆਪਣੀਆਂ ਈਮੇਲਸ ਦੇ ਜ਼ਰੀਏ ਸਾਡੇ ਨਾਲ ਕੰਟੈਕਟ ਕਰਦੇ ਰਿਹਾ ਕਰੋ। ਈਮੇਲ ਜਿਹੜੀ ਹੈ ਉਹ ਮੈਂ ਪਹਿਲਾਂ ਵੀ ਬੜੀ ਵਾਰੀ ਬੇਨਤੀ ਕੀਤੀ ਹੈ ਕਿ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਜਿੰਨੀਆਂ ਵੀ ਈਮੇਲਸ ਆਉਣ ਉਹ ਸਾਰੀਆਂ ਮੈਂ ਖੁਦ ਪੜ੍ਹਾਂ ਔਰ ਬਾਕਾਇਦਾ ਉਹਨਾਂ ਦੇ ਜਵਾਬ ਦਿਆਂ। ਅਗਰ ਕਦੀ ਕਿਸੇ ਦਾ ਕੋਈ ਜਵਾਬ ਜੋ ਹੈ ਉਹ ਮੈਂ ਕੁਝ ਸਮੇਂ ਤੱਕ ਜਾਂ ਕੁਝ ਦਿਨਾਂ ਤੱਕ ਮੈਂ ਨਾ ਦੇ ਪਾਵਾਂ, ਤਾਂ ਉਸ ਨੂੰ ਬਿਲਕੁਲ ਵੀ ਇਹ ਨਾ ਸਮਝਿਆ ਕਰਿਓ ਕਿ ਮੈਂ ਸ਼ਾਇਦ ਇਗਨੋਰ ਕਰ ਦਿੱਤਾ। ਕਈ ਵਾਰੀ ਕੁਝ ਰੁਝੇਵਿਆਂ ਦੇ ਵਿੱਚ ਇੱਕਦਮ ਜਵਾਬ ਦੇਣੇ ਔਖੇ ਹੋ ਜਾਂਦੇ ਆ, ਪਰ ਇਸ ਗੱਲ ਦੀ ਤੁਸੀਂ ਸਾਰੇ ਗਵਾਹੀ ਭਰੋਗੇ ਜਿਨ੍ਹਾਂ ਨੇ ਵੀ ਅੱਜ ਤੱਕ ਮੈਨੂੰ ਈਮੇਲ ਲਿਖੀ ਹੈ ਕਿ ਮੈਂ ਕੱਲੀ ਈਮੇਲ ਦਾ ਜਵਾਬ ਜਿਹੜਾ ਹੈ ਉਹ ਦਿੱਤਾ ਆ ਔਰ ਅੱਗੇ ਵੀ ਦਿੰਦੀ ਰਹੂੰਗੀ। ਪਿੱਛੇ ਜੇ ਇੱਕ ਸਵਾਲ ਮੇਰੇ ਕੋਲ ਆਇਆ ਸੀਗਾ ਅਤੇ ਮੈਂ ਉਹਨਾਂ ਨੂੰ ਵੀਰ ਜੀ ਨੂੰ ਪੁੱਛਿਆ ਸੀ ਕਿ ਇਸ ਸਵਾਲ ਨੂੰ ਮੈਂ ਡਿਸਕਸ ਆਲਰੇਡੀ ਕਰ ਚੁੱਕੀ ਹਾਂ, ਪਰ ਅਗਰ ਤੁਸੀਂ ਚਾਹੁੰਦੇ ਆ ਕਿ ਮੈਂ ਦੁਬਾਰਾ ਜਵਾਬ ਦਿਆਂ ਤਾਂ ਮੈਨੂੰ ਲਿਖ ਕੇ ਦੱਸ ਦਿਓ ਜੀ ਕਿ ਤੁਸੀਂ ਉਸ ਐਪੀਸੋਡ ਦਾ ਲਿੰਕ ਤੁਹਾਨੂੰ ਮੈਂ ਭੇਜ ਦਿਆਂ ਕਿ ਮੈਂ ਇੱਥੇ ਲਿਖ ਕੇ ਦੇਵਾਂ ਕਿ ਮੈਂ ਦੁਬਾਰਾ ਰਿਪੀਟ ਕਰਾਂ। ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਲਿਖ ਕੇ ਹੀ ਦੇ ਦਿਓ। ਮੈਂ ਕਿਹਾ ਜੀ ਠੀਕ ਹੈ, ਮੈਨੂੰ ਥੋੜ੍ਹੇ ਜਿਹੇ ਦਿਨ ਦਿਓ, ਕਿਉਂਕਿ ਮੇਰੀ ਜਿਹੜੀ PhD ਦੀ ਫਾਈਨਲ ਸਬਮਿਸ਼ਨ ਦਾ ਡੇਟ ਆਈ ਹੋਈ ਸੀਗੀ ਉਦੋਂ, ਤਾਂ ਇਸ ਕਰਕੇ ਮੇਰੇ ਕੋਲ ਥੋੜ੍ਹੀ ਜਿਹੀ ਮੈਂ ਉਦੋਂ ਵਿਅਸਤ ਚੱਲ ਰਹੀ ਸੀ। ਅਤੇ ਉਹਨਾਂ ਨੇ ਕਿਹਾ ਠੀਕ ਹੈ ਜੀ। ਮੈਂ ਉਹਨਾਂ ਨੂੰ ਦੁਬਾਰਾ ਈਮੇਲ ਲਿਖੀ, ਹੁਣ ਉਹ ਪਤਾ ਨਹੀਂ ਉਹਨਾਂ ਦੀ ਉਹ ਜਾਂ ਤਾਂ ਉਹ ਈਮੇਲ ਉਹਨਾਂ ਕੋਲ ਜਾ ਨਹੀਂ ਰਹੀ ਜਾਂ ਉਹਨਾਂ ਨੂੰ ਦੇਖੀ ਨਹੀਂ ਆ। ਸੋ ਇਸ ਮਾਧਿਅਮ ਦੇ ਜ਼ਰੀਏ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਪਲੀਜ਼ ਉਸ ਈਮੇਲ ਨੂੰ ਐਕਨੋਲੇਜ ਕਰ ਦਿਓ, ਤਾਂ ਕਿ ਮੈਨੂੰ ਪਤਾ ਲੱਗ ਜੇ ਕਿ ਤੁਹਾਨੂੰ ਜਵਾਬ ਮਿਲ ਗਿਆ ਹੈ ਜਾਂ ਕਿੱਦਾਂ, ਜਾਂ ਹਜੇ ਤੁਹਾਡੇ ਤੱਕ ਮੇਰੀ ਈਮੇਲ ਨਹੀਂ ਪਹੁੰਚੀ ਜਾਂ ਕੀ ਹੈ। ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ। ਜਿਵੇਂ ਮੈਂ ਹਰ ਇੱਕ ਈਮੇਲ ਦਾ ਜਵਾਬ ਜ਼ਰੂਰ ਦਿੰਦੀ ਹਾਂ, ਅਤੇ ਇੱਕ ਵਾਰੀ ਐਕਨੋਲੇਜਮੈਂਟ ਜ਼ਰੂਰ ਭੇਜ ਦਿਆ ਕਰੋ, ਤਾਂ ਕਿ ਮੈਨੂੰ ਪਤਾ ਲੱਗ ਜਾਏ ਕਿ ਮੇਰੇ ਜਿਹੜਾ ਜਵਾਬ ਹੈ ਉਹ ਸਹੀ ਜਗ੍ਹਾ 'ਤੇ ਸਹੀ ਇਨਸਾਨ ਕੋਲ ਪਹੁੰਚ ਗਿਆ। ਕਿਉਂਕਿ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਨਾ,
ਇਹੀ ਬਹੁਤੀਆਂ ਪ੍ਰੋਬਲਮਸ ਦੀ ਜੜ ਇੱਥੋਂ ਹੀ ਨਿਕਲਦੀ ਆ। ਜਦੋਂ ਅਸੀਂ ਇੱਕ ਦੂਸਰੇ ਨਾਲ ਗੱਲ ਕਰ ਨਹੀਂ ਪਾਉਂਦੇ ਜਾਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੀ ਗੱਲ ਟਿਕਾਣੇ ਗਈ ਵੀ ਹੈ ਕਿ ਨਹੀਂ ਗਈ। ਤਾਂ ਇਸ ਕਰਕੇ ਕਮਿਊਨੀਕੇਸ਼ਨ ਗੈਪ ਜਿਹੜਾ ਆਪਾਂ ਉਹ ਬੰਦ ਕਰੀਏ, ਘਟਾਈਏ। ਤਾਂ ਅਗਲੇ ਜਿਹੜੇ ਜਦੋਂ ਹੁਣ ਅਗਲਾ ਐਪੀਸੋਡ ਆਊਗਾ, ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੁਰਮੁਖੀ ਲਿਪੀ ਬਾਰੇ ਹੀ ਗੱਲ ਜਿਹੜੀ ਕੰਟੀਨਿਊ ਕਰਨੀ ਆ। ਗੁਰੂ ਅੰਗਦ ਦੇਵ ਪਾਤਸ਼ਾਹ ਦੀ ਹੀ ਜੀਵਨ ਦੇ ਬਾਰੇ ਆਪਾਂ ਗੱਲ ਕਰ ਰਹੇ, ਉਸੇ ਕੰਟੀਨਿਊਟੀ ਦੇ ਵਿੱਚ ਇਹ ਐਪੀਸੋਡ ਆ। ਪਰ ਜਿਹੜਾ ਨੈਕਸਟ ਐਪੀਸੋਡ ਹੋਊਗਾ ਉਹਦੇ ਵਿੱਚ ਮੈਂ ਜਿਹੜੇ ਤੁਹਾਡੇ ਪੁਰਾਣੇ ਕੁਐਸਚਨਸ ਆਏ ਹੋਏ ਨੇ ਮੇਰੇ ਕੋਲ, ਮੈਂ ਉਹਨਾਂ ਨਾਲ ਡੀਲ ਕਰੂੰਗੀ, ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗੀ। ਜੇ ਉਸ ਦੌਰਾਨ ਤੁਹਾਨੂੰ ਲੱਗਦਾ ਹੈ ਕਿ ਕੋਈ ਐਸਾ ਸਵਾਲ ਹੈ ਜੋ ਤੁਸੀਂ ਚਾਹੁੰਦੇ ਹੋ ਕਿ ਮੈਂ ਅਗਲੇ ਹੀ ਐਪੀਸੋਡ ਦੇ ਵਿੱਚ ਉਸ ਦਾ ਮੈਂ ਜਵਾਬ ਦੇਵਾਂ, ਤਾਂ ਕਾਈਂਡਲੀ ਮੈਨੂੰ ਤੁਸੀਂ ਅੱਜ ਦਾ ਜਿਹੜਾ ਐਪੀਸੋਡ ਜਦੋਂ ਤੁਸੀਂ ਦੇਖ ਲਓਗੇ ਤਾਂ ਇਸ ਦੇ ਨਾਲ ਹੀ ਮੈਨੂੰ ਆਪਣਾ ਜਿਹੜਾ ਕੁਐਸਚਨ ਆ ਲਿਖ ਕੇ ਭੇਜ ਦਿਓ, ਸੋ ਦੈਟ ਕਿ ਮੈਂ ਅਗਲੇ ਐਪੀਸੋਡ ਦੇ ਵਿੱਚ ਉਸ ਨੂੰ ਇਨਕਲੂਡ ਕਰ ਸਕਾਂ। ਅੱਜ ਦਾ ਜਿਹੜਾ ਐਪੀਸੋਡ ਹੈ ਉਹ ਪਹਿਲਾਂ ਤਾਂ ਜਿਹੜਾ ਪਿਛਲਾ ਐਪੀਸੋਡ ਵਿੱਚ ਮੈਂ ਹਮੇਸ਼ਾ ਇੱਕ ਰੀਕੈਪ ਦਿੰਦੀ ਹੁੰਦੀ ਹਾਂ। ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ 4 ਮਹੱਤਵਪੂਰਨ ਜਿਹੜੇ ਸਵਾਲ ਆ ਉਹ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਪਹਿਲਾ ਸੀ ਕਿ ਲਿਪੀ ਹੋਣ ਦਾ ਮਹੱਤਵ ਕੀ ਹੈ, ਲਿਪੀ ਹੋਣਾ ਜ਼ਰੂਰੀ ਕਿਉਂ ਹੈ। ਇਹ ਥੋੜ੍ਹਾ ਬਹੁਤ ਪਿਛਲੇ ਐਪੀਸੋਡ ਦੇ ਵਿੱਚ ਟੱਚ ਕੀਤਾ ਸੀ, ਅੱਜ ਥੋੜ੍ਹਾ ਜ਼ਿਆਦਾ ਇਨ ਡੈਪਥ ਵਿੱਚ ਇਹੀ ਸਵਾਲ ਜਿਹੜਾ ਟੱਚ ਹੋ ਜਾਊਗਾ। ਆਪਣੀ ਲਿਪੀ ਸੰਭਾਲਣਾ ਜ਼ਰੂਰੀ ਕਿਉਂ ਹੈ, ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਪੰਜਾਬੀ ਅਤੇ ਗੁਰਮੁਖੀ ਵਿੱਚ ਅੰਤਰ ਕੀ ਹੈ, ਇਹ ਆਈ ਥਿੰਕ ਕਿ ਬੜੇ ਡੀਟੇਲ ਦੇ ਵਿੱਚ ਪਿਛਲੇ 2 ਐਪੀਸੋਡਸ ਦੇ ਵਿੱਚ ਮੈਂ ਆਪ ਜੀ ਨਾਲ ਡਿਸਕਸ਼ਨ ਕਰ ਚੁੱਕੀ ਹਾਂ। ਗੁਰਮੁਖੀ ਦੀ ਸੰਭਾਲ ਕਿਉਂ ਜ਼ਰੂਰੀ ਹੈ, ਇਹਦੇ ਬਾਰੇ ਵੀ ਆਪਾਂ ਗੱਲ ਕਰ ਚੁੱਕੇ। ਪਰ ਜਦੋਂ ਅੱਜ ਆਪਾਂ ਇਹਦੇ ਜਿਹੜਾ ਪਹਿਲਾ ਕੁਐਸਚਨ ਮੈਂ ਕਿਹਾ ਕਿ ਲਿਪੀ ਹੋਣ ਦਾ ਮਹੱਤਵ ਕੀ ਹੈ, ਜਦੋਂ ਆਪਾਂ ਇਸ ਦੇ ਬਾਰੇ ਹੋਰ ਡੀਟੇਲ ਦੇ ਵਿੱਚ ਜਾਵਾਂਗੇ ਤਾਂ ਆਪਣੇ ਆਪ ਹੀ ਜਦੋਂ ਸਾਨੂੰ ਪਤਾ ਲੱਗ ਜੂਗਾ ਕਿ ਗੁਰੂ ਮਹਾਰਾਜ ਦਾ ਰੀਜ਼ਨ ਕੀ ਸੀ ਅਲੱਗ ਲਿਪੀ ਖੜੀ ਕਰਨ ਦਾ ਜਾਂ ਅਲੱਗ ਲਿਪੀ ਨੂੰ, ਗੁਰਮੁਖੀ ਲਿਪੀ ਨੂੰ ਸਾਡੀ ਝੋਲੀ ਪਾਉਣ ਦਾ, ਤਾਂ ਇਹ ਜਵਾਬ ਆਪਣੇ ਆਪ ਹੀ ਸਾਹਮਣੇ ਆ ਜਾਊਗਾ ਕਿ ਸਾਨੂੰ ਜ਼ਰੂਰਤ ਕਿਉਂ ਹੈ ਉਸੇ ਲਿਪੀ ਨੂੰ ਹੀ ਸੰਭਾਲ ਕੇ ਰੱਖਣ ਦੀ, ਇਹ ਕਿਉਂ ਜ਼ਰੂਰੀ ਹੈ। ਆਪਾਂ ਇਹ ਗੱਲ ਡਿਸਕਸ ਕਰ ਰਹੇ ਸੀ ਜਿੱਥੇ ਮੈਂ ਲਾਸਟ ਐਪੀਸੋਡ ਛੱਡਿਆ ਸੀ, ਉਹ ਇੱਥੇ ਆਪਾਂ ਛੱਡਿਆ ਸੀ, ਇਸ ਗੱਲ ਨੂੰ ਡਿਸਕਸ ਕਰ ਰਹੇ ਸੀ ਕਿ ਜੋ ਸੰਸਕ੍ਰਿਤ ਸੀ ਉਹ ਦੇਵ ਭਾਸ਼ਾ ਸੀ ਔਰ ਜੋ ਜਨ ਮਾਨਸ ਦੀ ਭਾਸ਼ਾ ਸੀ ਉਹ ਪ੍ਰਾਕ੍ਰਿਤ ਸੀ। ਹੁਣ ਜਨ ਮਾਨਸ ਵੱਲੋਂ ਜੋ ਇੱਕ ਕਾਮਨ ਮੈਨ ਹੈ, ਜੋ ਇੱਕ ਆਮ ਇਨਸਾਨ ਹੈ, ਉਸ ਦੇ ਵੱਲੋਂ ਸੰਸਕ੍ਰਿਤ ਨਾ ਪੜ੍ਹੇ ਜਾਣ ਕਰਕੇ, ਕਿਉਂਕਿ ਉਹ ਨਾ ਤਾਂ ਸੰਸਕ੍ਰਿਤ ਪੜ੍ਹ ਪਾਉਂਦੇ ਸੀ ਨਾ ਸਮਝ ਪਾਉਂਦੇ ਸੀ, ਲੋਕ ਜੋ ਆਪਣੀ ਨੌਲੇਜ ਹੈ, ਕਿਉਂਕਿ ਨੌਲੇਜ ਨੂੰ ਤੁਸੀਂ ਕਿਸੇ ਮਰਜ਼ੀ ਫਾਰਮੈਟ ਦੇ ਵਿੱਚ ਦੇਖ ਸਕਦੇ ਹੋ। ਕੁਝ ਲੋਕ ਕਹਿੰਦੇ ਆ ਕਿ ਰਿਲੀਜਨ ਜਿਹੜੇ ਖਾਸ ਤੌਰ 'ਤੇ ਲੈਫਟਿਸਟ ਜਿਹੜੇ ਹੁੰਦੇ ਨੇ ਉਹ ਰਿਲੀਜਨ ਦੇ ਬੜੇ ਅਗੇਂਸਟ ਹੁੰਦੇ ਆ, ਪਰ ਰਿਲੀਜਨ ਵੀ ਆਪਣੇ ਆਪ ਦੇ ਵਿੱਚ ਇੱਕ ਨੌਲੇਜ ਸਟਰਕਚਰ ਕੈਰੀ ਕਰਦਾ ਆ। ਉਸ ਰਿਲੀਜਨ ਦੇ ਵਿੱਚੋਂ ਬਹੁਤ ਸਾਰੇ ਜਿਹੜਾ ਤੁਹਾਡਾ ਇਤਿਹਾਸ ਹੈ ਉਹ ਨਿਕਲ ਕੇ ਆਉਂਦਾ ਆ, ਉਹਦੇ ਵਿੱਚੋਂ ਹੀ ਰਾਦਰ ਮੈਂ ਇਸ ਗੱਲ ਦੇ ਨਾਲ ਬੜਾ ਆਈ ਅਗਰੀ ਔਰ ਮੈਂ ਮੰਨਦੀ ਵੀ ਹਾਂ ਕਿ ਜਦੋਂ ਤੁਸੀਂ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ ਤਾਂ ਸਿਵਲਾਈਜੇਸ਼ਨ ਜਿੱਥੋਂ ਸ਼ੁਰੂ ਹੁੰਦੀ ਹੈ, ਜਦੋਂ ਆਪਾਂ ਕਹੀਏ ਕਿ ਇੱਥੋਂ ਸਿਵਲਾਈਜੇਸ਼ਨ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ, ਤਾਂ ਸਿਵਲਾਈਜੇਸ਼ਨ ਵਿਦਾਊਟ ਰਿਲੀਜਨ ਨਹੀਂ ਹੁੰਦੀ। ਹੁਣ ਰਿਲੀਜਨ ਦਾ ਜਿਹੜਾ ਵਰਡ ਹੈ ਨਾ, ਇਹ ਪ੍ਰੋਬਲਮ ਕਿੱਥੇ ਆਉਂਦੀ ਹੈ, ਗੱਲ ਮੈਂ ਆਲਰੇਡੀ ਪਹਿਲਾਂ ਵੀ ਇੱਕ ਵਾਰੀ ਕੀਤੀ ਹੈ ਕਿ ਰਿਲੀਜਨ ਨੂੰ ਅਸੀਂ ਅੰਗਰੇਜ਼ੀ ਦੇ ਲੈਂਸ ਦੇ ਥਰੂ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਅਸੀਂ ਰਿਲੀਜਨ ਨੂੰ ਐਜ਼ ਇਟ ਇਜ਼ ਅੰਗਰੇਜ਼ਾਂ ਦੇ ਲੈਂਸ ਦੇ ਥਰੂ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਸਾਡੇ ਕੋਲ ਕਾਰਲ ਮਾਰਕਸ ਵੀ ਆ ਜਾਂਦਾ, ਜਿਹੜਾ ਕਿ ਰਿਲੀਜਨ ਨੂੰ ਓਪੀਅਮ ਆਫ ਮਾਸਿਸ ਬੋਲਦਾ। ਸਾਨੂੰ ਇਹੀ ਗੱਲਾਂ ਦੇ ਵਿੱਚੋਂ ਜ਼ਰੂਰੀ ਹੈ ਸਮਝ ਲੈਣਾ ਕਿ ਜ਼ਰੂਰੀ ਨਹੀਂ ਕਿ ਜਿਹੜਾ ਅੱਖਰ ਇੱਕ ਸਿਵਲਾਈਜੇਸ਼ਨ ਜਾਂ ਇੱਕ ਸੁਸਾਇਟੀ ਦੇ ਲੋਕ ਨੇ ਜੋ ਜਿਸ ਤਰੀਕੇ ਨਾਲ ਉਹ ਉਸ ਅੱਖਰ ਨੂੰ ਸਮਝਦੇ ਹੋਣ, ਇਹ ਜ਼ਰੂਰੀ ਨਹੀਂ ਕਿ ਬਿਲਕੁਲ ਉਸੇ ਹੀ ਤਰ੍ਹਾਂ ਦੇ ਨਾਲ ਉਸ ਅੱਖਰ ਨੂੰ ਹੋਰ ਖਿੱਤੇ ਦੇ ਲੋਕ ਵੀ ਸਮਝਦੇ ਹੋਣ, ਕਿਉਂਕਿ ਸਾਡੇ ਜਿਹੜਾ ਉਹ ਉਧਰ ਹਿੰਦੂ ਕੁਸ਼ ਵਾਲਾ ਜਿਹੜਾ ਖਿੱਤਾ ਹੈ ਉੱਥੇ ਰਿਲੀਜਨ ਵਰਗੀ ਕੋਈ ਚੀਜ਼ ਨਹੀਂ ਸੀ। ਹੁਣ ਇਸ ਦੇ ਬਾਰੇ ਅਗਰ ਇਹਦੀ ਹੋਰ ਇਨ ਡੈਪਥ ਕਿਸੇ ਨੇ ਜਾਣਨਾ ਹੋਵੇ ਤਾਂ ਉਹ ਪੁਰਾਣੇ ਐਪੀਸੋਡਸ ਨੂੰ ਰੈਫਰ ਕਰ ਸਕਦਾ, ਕਿਉਂਕਿ ਪੁਰਾਣੇ ਐਪੀਸੋਡਸ ਦੇ ਵਿੱਚ ਮੈਂ ਇਹਦੇ ਬਾਰੇ ਬੜੀ ਡੀਟੇਲ ਦੇ ਵਿੱਚ ਗੱਲ ਕੀਤੀ ਸੀਗੀ ਕਿ ਫ਼ਰਕ ਕੀ ਹੈ ਰਿਲੀਜਨ ਅਤੇ ਧਰਮ ਦੇ ਵਿੱਚ। ਇਹ 2 ਅਲੱਗ-ਅਲੱਗ ਚੀਜ਼ਾਂ ਨੇ, 2 ਅਲੱਗ-ਅਲੱਗ ਕਨਸੈਪਟ ਨੇ। ਕਨਫਿਊਜ਼ਨ ਉੱਥੇ ਆਉਂਦੀ ਹੈ ਜਦੋਂ ਅਸੀਂ ਰਿਲੀਜਨ ਨੂੰ ਧਰਮ ਦਾ ਹੀ ਸਿਨੋਨਿਮਸ ਜਾਂ ਸੇਮ ਜਿਹੜੇ ਇੱਕੋ ਮਤਲਬ ਵਾਲਾ ਜਿਹੜਾ ਸ਼ਬਦ ਆ ਉਹ ਸਮਾਨਾਰਥਕ ਸ਼ਬਦ ਜਿਹੜਾ ਉਹਨੂੰ ਲੈ ਲੈਂਦੇ ਹਾਂ, ਉਹ ਸਿਨੋਨਿਮਸ ਨਹੀਂ ਹੈ। ਹੁਣ ਇਹਦੇ ਵਿੱਚ ਜਦੋਂ ਅਸੀਂ ਇੱਥੇ ਮੈਂ ਗੱਲ ਕਰ ਰਹੀ ਹਾਂ ਨੌਲੇਜ ਦੀ, ਤਾਂ ਨੌਲੇਜ ਉਹਨਾਂ ਲੋਕਾਂ ਦੀ ਵੇਦਾਂ ਦੇ ਨਾਲ ਵੀ ਜੁੜੀ ਹੋਈ ਸੀ, ਉਹਨਾਂ ਲੋਕਾਂ ਦੀ ਇਤਿਹਾਸਿਕ ਨੌਲੇਜ ਵੀ ਸੀ। ਹੁਣ ਜਦੋਂ ਉਹ ਸਾਰੀ ਦੀ ਸਾਰੀ ਨੌਲੇਜ ਤਾਂ ਕੈਪਚਰ ਹੋ ਗਈ ਸੰਸਕ੍ਰਿਤ ਦੇ ਵਿੱਚ, ਤੇ ਆਮ ਜਨ ਮਾਨਸ ਦੀ ਭਾਸ਼ਾ ਹੈ ਪ੍ਰਾਕ੍ਰਿਤ,
ਉਹ ਲੋਕ ਸੰਸਕ੍ਰਿਤ ਪੜ੍ਹ ਨਹੀਂ ਪਾਏ ਔਰ ਇਸ ਕਰਕੇ ਜਾਂ ਇਹ ਕਹਿ ਲਓ ਕਿ ਪੜ੍ਹਨ ਦਿੱਤੀ ਨਹੀਂ ਗਈ, ਜੋ ਵੀ ਕਾਰਨ ਸੀ, ਪਰ ਉਹ ਆਪਣੇ ਨੌਲੇਜ ਸਟਰਕਚਰ ਦੇ ਨਾਲ ਜਿਹਦੇ ਕਰਕੇ ਉਹ ਸੁਸਾਇਟੀ ਦਾ ਇੱਕ ਹਿੱਸਾ ਸੀ ਉਹਦੇ ਤੋਂ ਬਾਹਰ ਨਿਕਲਦੇ ਗਏ। ਔਰ ਇਹਦੇ ਵਿੱਚੋਂ ਖੜਾ ਕੀ ਹੋਇਆ? ਇਹਦੇ ਵਿੱਚੋਂ ਖੜਾ ਹੋਇਆ ਜਾਤੀ ਸਿਸਟਮ। ਇਹਨੂੰ ਸਮਝਣ ਦੀ ਜ਼ਰਾ ਥੋੜ੍ਹੀ ਹੋਰ ਬਾਰੀਕੀ ਨਾਲ ਆਪਾਂ ਕੋਸ਼ਿਸ਼ ਕਰੀਏ। ਜਦੋਂ ਉਹਨਾਂ ਲੋਕਾਂ ਦਾ ਸੁਸਾਇਟੀ ਦੇ ਸਟਰਕਚਰ ਦੇ ਵਿੱਚ ਕੋਈ ਦੇਣ ਨਹੀਂ ਮੰਨੀ ਜਾਣ ਲੱਗੀ, ਕਿਉਂਕਿ ਜਿਸ ਭਾਸ਼ਾ ਦੇ ਵਿੱਚ ਉਹ ਸੁਸਾਇਟੀ ਦੇ ਸਟਰਕਚਰ ਕੋਡ ਹੋ ਰਹੇ ਸੀ ਸੰਸਕ੍ਰਿਤ, ਉਹ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ, ਤਾਂ ਹੋਇਆ ਕੀ ਕਿ ਉਹ ਲੋਕ ਜਿਹੜੇ ਨੇ ਉਹਨਾਂ ਨੇ ਬਕਾਇਦਾ ਉਹਨਾਂ ਨੂੰ ਉਸ ਪੂਰੇ ਸੁਸਾਇਟੀ ਦੇ ਸਟਰਕਚਰ ਚੋਂ ਹੀ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਔਰ ਕਿੰਨੇ ਕੱਢਣਾ? ਫਿਰ ਜੋ ਇੱਕ ਕਲਾਸ ਸਿਸਟਮ ਨਿਕਲ ਕੇ ਆਈ, ਉਹਨੂੰ ਅਸੀਂ ਕਹਿੰਦੇ ਆ ਕਿ ਉਹ ਬ੍ਰਾਹਮਣ ਤੇ ਸ਼ੂਦਰ ਦੇ ਜਿਹੜਾ ਸਿਸਟਮ ਆ, ਜਾਤੀ ਸਿਸਟਮ, ਉੱਥੋਂ ਨਿਕਲ ਕੇ ਆਇਆ, ਹੈ ਨਾ। ਕਿਉਂਕਿ ਉਹਨਾਂ ਲੋਕਾਂ ਦੀ ਫਿਰ ਉਸ ਪੂਰੇ ਸਟਰਕਚਰ ਦੇ ਵਿੱਚ ਜ਼ਰੂਰਤ ਮਹਿਸੂਸ ਨਹੀਂ ਹੋਈ। ਤਾਂ ਬੇਸਿਕਲੀ ਗੱਲਾਂ ਇਰਪਟ ਹੁੰਦੀਆਂ, ਗੱਲਾਂ ਨਿਕਲ ਕੇ ਆਉਂਦੀਆਂ ਭਾਸ਼ਾ ਦੇ ਵਿੱਚੋਂ। ਜਦੋਂ ਅਸੀਂ ਭਾਸ਼ਾ ਜੋ ਕਿ ਜਨਮਾਨਸ ਦੀ ਭਾਸ਼ਾ ਵੱਖਰੀ ਹੋ ਜਾਏ ਔਰ ਦੇਵ ਭਾਸ਼ਾ ਜਾਂ ਇਹ ਕਹਿ ਲਈਏ ਕਿ ਆਫੀਸ਼ੀਅਲ ਭਾਸ਼ਾ ਵੱਖਰੀਆਂ, ਦੋ ਵੱਖਰੀਆਂ, ਪਹਿਲਾਂ ਦੇਵ ਭਾਸ਼ਾ ਹੋਇਆ ਕਰਦੀ ਸੀ, ਅੱਜ ਕੱਲ੍ਹ ਉਹ ਵਰਡ ਜਿਹੜਾ ਹੈ ਉਹ ਆਫੀਸ਼ੀਅਲ ਭਾਸ਼ਾ ਦੇ ਨਾਲ ਬਦਲ ਗਿਆ। ਜਦੋਂ ਆਫੀਸ਼ੀਅਲ ਭਾਸ਼ਾ ਵੱਖਰੀ ਹੋ ਜਾਏ ਤੇ ਜਨਮਾਨਸ ਦੀ ਭਾਸ਼ਾ ਵੱਖਰੀ ਹੋ ਜਾਏ, ਜਨਮਾਨਸ ਆਪਣੇ ਆਪ ਹੀ ਉਸ ਸਟਰਕਚਰ ਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਜਾਂਦਾ। ਇਸ ਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਸੀਂ ਦੇਖ ਕੇ ਦੇਖਿਓ। ਇਸ ਦੇਸ਼ ਦੇ ਵਿੱਚ, UK ਦੇ ਵਿੱਚ, ਜਿਹੜੀ ਆਫੀਸ਼ੀਅਲ ਲੈਂਗੁਏਜ ਹੈ ਉਹ ਹੈ ਅੰਗਰੇਜ਼ੀ। ਹੋਣੀ ਵੀ ਚਾਹੀਦੀ ਕਿਉਂਕਿ ਇਹਨਾਂ ਦੀ ਮਾਤ ਭਾਸ਼ਾ ਹੀ ਅੰਗਰੇਜ਼ੀ ਹੈ। ਹੁਣ ਜਿਹੜੇ ਲੋਕ ਇੱਥੇ ਅੰਗਰੇਜ਼ੀ ਨਹੀਂ ਬੋਲ ਪਾਉਂਦੇ, ਜਾਂ ਤਾਂ ਉਹਨਾਂ ਨੂੰ ਕੋਈ ਨਾ ਕੋਈ ਟਰਾਂਸਲੇਟਰ ਚਾਹੀਦਾ ਜਾਂ ਇੰਟਰਪ੍ਰੇਟਰ ਚਾਹੀਦਾ, ਔਰ ਅਦਰਵਾਈਜ਼ ਉਹ ਲੋਕ ਜਿਹੜੇ ਡਿਸੀਜਨ ਮੇਕਿੰਗ ਪਾਵਰ ਦੇ ਵਿੱਚ ਨਹੀਂ ਆ ਪਾਉਂਦੇ। ਸਾਡੇ ਤਨਮਨਜੀਤ ਸਿੰਘ ਢੇਸੀ ਹੁਣੀ ਜਿਹੜੇ ਜਾਂ ਪ੍ਰੀਤ ਕੌਰ ਗਿੱਲ ਜਿਹੜੇ ਇਸ ਟਾਈਮ ਤੇ MP ਦੀ ਕੁਰਸੀ ਤੇ ਬੈਠੇ ਆ, ਤਾਂ ਉਹਨਾਂ ਨੂੰ ਜਦੋਂ ਅਸੀਂ ਦੇਖੀਏ ਤਾਂ ਉਹਨਾਂ ਤੋਂ ਪਹਿਲਾਂ ਕੋਈ ਨੌਨ ਇੰਗਲਿਸ਼ ਸਪੀਕਿੰਗ MP ਹੋਇਆ? ਮੇਰੀ ਨੌਲੇਜ ਵਿੱਚ ਨਹੀਂ। ਅਗਰ ਹੋਇਆ ਤਾਂ ਮੇਰੀ ਹੋ ਸਕਦਾ, ਕਿਉਂਕਿ ਅਸੀਂ ਹਰ ਚੀਜ਼ ਦੇ ਮਾਹਰ ਨਹੀਂ ਹੁੰਦੇ, ਮੇਰੀ ਨੌਲੇਜ ਵਿੱਚ ਨਹੀਂ ਹੋਇਆ। ਇੱਦਾਂ ਹੋਇਆ ਹੈ ਕਿ ਬ੍ਰਿਟਿਸ਼ ਹਕੂਮਤ ਦੇ ਵਿੱਚ ਜਾਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਕਿਸੇ ਨੇ ਪੰਜਾਬੀ ਦੇ ਵਿੱਚ ਸਪੀਚ ਦਿੱਤੀ ਹੋਵੇ ਤੇ ਬਾਕੀ ਸਾਰਿਆਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਹੋਵੇ? ਨਹੀਂ। ਹੋਇਆ ਕੀ? ਉਹਦੇ ਨਾਲ ਹੋਇਆ ਕੀ ਕਿ ਸਾਡਾ, ਅਗਰ ਹੁਣ ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਵੇਖੀਏ, ਚਾਹੇ ਉਹ ਹਿੰਦੂ ਨੇ, ਚਾਹੇ ਸਿੱਖ ਨੇ, ਚਾਹੇ ਮੁਸਲਮਾਨ ਨੇ, ਚਾਹੇ ਈਸਾਈ ਨੇ, ਜਿੰਨੇ ਵੀ ਪੰਜਾਬੀ ਕਮਿਊਨਿਟੀ ਦੇ ਲੋਕ ਇਸ ਦੇਸ਼ ਦੇ ਵਿੱਚ ਮੌਜੂਦ ਨੇ ਜੋ ਸਿਰਫ ਪੰਜਾਬੀ ਬੋਲ ਪਾਉਂਦੇ ਨੇ, ਕਿਆ ਉਹਨਾਂ ਦੇ ਵਿੱਚੋਂ ਕਿੰਨੇ ਕੁ ਲੋਕ ਐਸੇ ਨੇ ਜਿਹੜੇ ਕਿ ਰੂਲ ਮੇਕਿੰਗ ਜਾਂ ਡਿਸੀਜਨ ਮੇਕਿੰਗ ਵਾਲੀਆਂ ਕੁਰਸੀਆਂ ਤੇ ਬੈਠੇ ਨੇ? ਉਹ ਬਹੁਤ, ਤੁਹਾਨੂੰ ਕਿਤੇ ਕੋਈ ਗਿਣਤੀ ਦਾ ਗਿਣਿਆ ਚੁਣਿਆ ਕੋਈ ਇੱਕਾ ਦੁੱਕਾ ਲੱਭ ਜੇ ਤਾਂ ਆਈ ਥਿੰਕ ਉਹ ਪਰਮਾਤਮਾ ਦੀ ਬੜੀ ਵੱਡੀ ਰਹਿਮਤ ਹੋਊਗੀ, ਅਦਰਵਾਈਜ਼ ਨਹੀਂ ਹੁੰਦਾ। ਉਹਦਾ ਕਾਰਨ ਕੀ ਹੈ? ਕਿਉਂਕਿ ਜਿਹੜੀ ਆਫੀਸ਼ੀਅਲ ਲੈਂਗੁਏਜ ਹੈ ਉਹ ਅਲੱਗ ਹੈ ਤੇ ਜਿਹੜੀ ਉਹਨਾਂ ਲੋਕਾਂ ਦੀ ਭਾਸ਼ਾ ਸੀ ਉਹ ਅਲੱਗ ਸੀ। ਇਹੀ ਕਾਰਨ ਹੈ ਕਿ ਸਾਡਾ ਜਿਹੜਾ ਇਤਿਹਾਸ ਹੈ, ਸਾਡੇ ਬਜ਼ੁਰਗ ਇੱਥੇ ਆਏ, ਉਹਨਾਂ ਨੇ ਇੱਥੇ ਆ ਕੇ ਫਾਊਂਡਰੀਜ਼ ਦੇ ਵਿੱਚ ਕੰਮ ਕੀਤਾ, ਕਿਸੇ ਨੇ ਪ੍ਰਿੰਟਿੰਗ ਪ੍ਰੈਸਿਸ ਦੇ ਵਿੱਚ ਕੰਮ ਕੀਤਾ, ਬੜੇ ਮਿਹਨਤ ਮੁਸ਼ੱਕਤ ਦੇ ਨਾਲ ਉਹਨਾਂ ਆਪਣੀਆਂ ਜ਼ਿੰਦਗੀਆਂ ਖੜੀਆਂ ਕੀਤੀਆਂ। ਪਰ ਅੱਜ ਜੇਕਰ ਤੁਸੀਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਕਿਸੇ ਆਰਕਾਈਵਸ ਦੇ ਵਿੱਚ ਜਾਂ ਕਿਸੇ ਕਿਤਾਬਾਂ 'ਚ ਲੱਭਣ ਜਾਓਗੇ, ਸਾਨੂੰ ਨਹੀਂ ਮਿਲਦੀਆਂ। ਕਿਉਂ? ਕਿਉਂਕਿ ਉਹ ਆਪਣੀ ਭਾਸ਼ਾ ਇਹਨਾਂ ਦੀ ਭਾਸ਼ਾ ਵਿੱਚ ਦੱਸ ਨਹੀਂ ਪਾਏ, ਆਪਣੀ ਹਿਸਟਰੀ ਇਹਨਾਂ ਦੀ ਭਾਸ਼ਾ ਵਿੱਚ ਦੱਸ ਨਹੀਂ ਪਾਏ। ਸੋ ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਆ, ਜਦੋਂ ਤੁਸੀਂ ਡਿਸੀਜਨ ਮੇਕਿੰਗ ਸਟਰਕਚਰ ਦਾ ਹਿੱਸਾ ਹੋਣਾ ਹੈ ਤਾਂ ਬਹੁਤ ਜ਼ਰੂਰੀ ਹੈ ਕਿ ਉਸੇ ਹੀ ਭਾਸ਼ਾ ਦੇ ਵਿੱਚ ਤੁਹਾਨੂੰ ਵੀ ਗਿਆਨ ਹੋਵੇ। ਹੁਣ ਇਸੇ ਨੂੰ ਹੀ ਥੋੜ੍ਹਾ ਜਿਹਾ ਆਪਾਂ ਹੋਰ ਅੱਗੇ ਚੱਲ ਲੈਂਦੇ ਹਾਂ। ਸਾਡੇ ਜਦੋਂ ਅਸੀਂ ਇਹਨੂੰ ਥੋੜ੍ਹਾ ਜਿਹਾ ਹੋਰ ਸਮਝੀਏ ਤਾਂ ਜਿਹੜੀ ਇੱਕ ਪ੍ਰਚਲਿਤ ਭਾਸ਼ਾ ਹੁੰਦੀ ਹੈ, ਤਾਂ ਭਾਸ਼ਾਵਾਂ ਦੇ ਦੋ ਹਿੱਸੇ ਕਰ ਦਿੱਤੇ ਜਾਂਦੇ ਨੇ। ਇਹ ਅਕਸਰ ਇਹ ਰਵੱਈਆ ਚੱਲਦਾ ਹੈ। ਦੋ ਭਾਸ਼ਾਵਾਂ ਦੇ ਦੋ ਹਿੱਸੇ ਕਰ ਦਿੱਤੇ ਜਾਂਦੇ ਨੇ। ਇੱਕ ਭਾਸ਼ਾ ਨੂੰ ਕਹਿ ਦਿੱਤਾ ਜਾਂਦਾ ਕਿ ਇਹ ਇੰਟੈਲੀਜੈਂਟ ਲੋਕਾਂ ਦੀ ਭਾਸ਼ਾ ਹੈ, ਜਿੱਦਾਂ ਕਿ ਸੰਸਕ੍ਰਿਤ ਨੂੰ ਮੰਨ ਲਿਆ ਗਿਆ ਕਿ ਬ੍ਰਾਹਮਣ ਹੁਣ ਕੌਣ ਹੈ? ਬ੍ਰਾਹਮਣ ਨੂੰ ਆਪਾਂ ਅੱਜ ਕੱਲ੍ਹ ਇੱਕ ਗਾਲ ਵਾਂਗੂ ਲੈਣਾ ਸ਼ੁਰੂ ਕਰਤਾ। ਬ੍ਰਾਹਮਣ ਉਹ ਜਿਹੜਾ ਬ੍ਰਹਮ ਦਾ ਗਿਆਤਾ। ਹੁਣ ਉਹ ਬ੍ਰਾਹਮਣ ਉਹੋ ਜਿਹੇ ਰਹੇ ਜਾਂ ਨਹੀਂ ਰਹੇ, ਉਹ ਬਾਅਦ ਦੀ ਗੱਲ ਹੈ, ਦੈਟਸ ਅ ਡਿਫਰੈਂਟ ਟੌਪਿਕ। ਉਹ ਬਿਲਕੁਲ ਆਪਣੇ ਆਪ 'ਚ ਇੱਕ ਵੱਖਰੀ ਗੱਲ ਹੈ। ਪਰ ਬ੍ਰਾਹਮਣ ਦਾ ਜਿਹੜਾ ਮਤਲਬ ਸੀ, ਉਹ ਜਿਹੜਾ ਬ੍ਰਹਮ ਨੂੰ ਸਮਝ ਗਿਆ, ਉਹਨੂੰ ਬ੍ਰਾਹਮਣ ਕਿਹਾ ਜਾਂਦਾ ਸੀ। ਹੁਣ ਉਹ ਲੋਕਾਂ ਦੀ, ਜਿਹੜੇ ਲੋਕ ਇੰਨੇ ਜ਼ਿਆਦਾ ਇੰਟਲੈਕਚੁਅਲੀ ਸਟਰੋਂਗ ਨੇ ਜਾਂ ਜਿਨ੍ਹਾਂ ਦਾ ਜਿਹੜੇ ਅਧਿਆਤਮਿਕ ਤੌਰ 'ਤੇ ਵੀ ਔਰ ਜਿਹੜੇ ਹਰ ਤਰੀਕੇ ਨਾਲ ਬੜੇ ਸਟਰੋਂਗ ਲੋਕ ਨੇ, ਯਾਨੀ ਕਿ ਜਿਹੜੇ ਇੰਟੈਲੀਜੈਂਟ ਲੋਕ ਨੇ, ਉਹਨਾਂ ਦੀ ਭਾਸ਼ਾ ਹੋ ਗਈ ਸੰਸਕ੍ਰਿਤ, ਤੇ ਜਿਹੜਾ ਆਮ ਜਨਮਾਨਸ ਹੈ ਉਹਦੀ ਭਾਸ਼ਾ ਹੋ ਗਈ ਪ੍ਰਾਕ੍ਰਿਤ। ਹੁਣ ਇਹ ਦੋ ਭਾਸ਼ਾਵਾਂ ਵੰਡੀਆਂ ਗਈਆਂ। ਇਹਨੂੰ ਅੱਜ ਦੇ ਕੰਟੈਕਸਟ ਵਿੱਚ ਜ਼ਰਾ ਲਗਾ ਕੇ ਦੇਖਿਓ, ਜਿਹੜੇ ਪੰਜਾਬੀ ਬੋਲਣ ਵਾਲੇ ਲੋਕ ਨੇ ਉਹ ਸਮਝਣਗੇ।
ਸਾਡੇ ਵਿੱਚ ਜਿਹੜੇ ਖਾਸ ਤੌਰ ਤੇ ਪੰਜਾਬ ਵਿੱਚ ਇਹ ਬੜਾ ਪ੍ਰਚਲਨ ਹੈ ਕਿ ਜਿਹੜਾ ਬੰਦਾ ਵੀ ਅੰਗਰੇਜ਼ੀ ਵਿੱਚ 2 ਅੱਖਰ ਬੋਲ ਸਕਦਾ ਨਾ, ਸਾਨੂੰ ਲੱਗਦਾ ਕਿ ਉਹੋ ਹੀ ਇੰਟੈਲੀਜੈਂਟ ਆ। ਜੋ ਪੰਜਾਬੀ ਵਿੱਚ ਬੋਲਦਾ ਜਾਂ ਲਿਖਦਾ ਉਹ ਇੰਟੈਲੀਜੈਂਟ ਨਹੀਂ। ਜਦੋਂ ਵੀ ਕੋਈ ਬੰਦਾ ਅਗਰ ਕੋਈ ਇੱਕ ਪੰਜਾਬੀ ਦੇ ਵਿੱਚ ਉਹ ਆਪਣੀ ਗੱਲ ਕਹਿ ਰਿਹਾ ਔਰ ਉਸ ਦੀ ਕੱਲਾ ਅੱਖਰ ਸੁਣਨ ਵਾਲਾ ਹੋਵੇ ਤਾਂ ਉਸ ਦੇ ਅਗੇਂਸਟ ਕੋਈ ਅੰਗਰੇਜ਼ੀ ਦੇ ਵਿੱਚ ਆਪਣੀ ਗੱਲ ਬੋਲ ਰਿਹਾ, ਚਾਹੇ ਉਹਦੀ ਗੱਲ ਦਾ ਕੋਈ ਸਿਰ ਪੈਰ ਵੀ ਨਾ ਬਣਦਾ ਹੋਏ, ਸਾਨੂੰ ਕੀ ਲੱਗਦਾ ਕਿ ਲੈ ਇਹ ਜਿਹੜਾ ਬੰਦਾ ਨਾ, ਜਿਹੜਾ ਅੰਗਰੇਜ਼ੀ ਬੋਲ ਰਿਹਾ ਉਹ ਸਹੀ ਬੋਲ ਰਿਹਾ ਹੋਣਾ, ਪੰਜਾਬੀ ਵਾਲਾ ਤਾਂ ਝੂਠ ਬੋਲਦਾ ਹੋਣਾ, ਇਹਦੀ ਗੱਲ ਦਾ ਤਾਂ ਕੋਈ ਮਤਲਬ ਨਹੀਂ ਹੋਣਾ। ਇਹ ਕਿਉਂ ਹੈ? ਕਿਉਂਕਿ ਇਹ ਸਾਡੇ ਵਿੱਚ ਸਾਡੇ ਜਿਹੜਾ ਕੋਲੋਨਾਈਜ਼ਡ ਮਾਈਂਡ ਹੈ ਉਹ ਅੱਜ ਵੀ ਇਹੀ ਮੰਨ ਕੇ ਬੈਠਾ ਹੈ ਕਿ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਹ ਸ਼ਾਸਕ ਦੀ ਭਾਸ਼ਾ ਹੈ, ਉਹ ਪਾਵਰ ਦੀ ਭਾਸ਼ਾ ਹੈ, ਅਤੇ ਜਿਹੜੀ ਪੰਜਾਬੀ ਭਾਸ਼ਾ ਉਹ ਪਾਵਰ ਦੀ ਭਾਸ਼ਾ ਨਹੀਂ। ਇਹ ਅਸੀਂ ਮੰਨ ਕੇ ਬੈਠੇ ਹਾਂ ਅੱਜ ਵੀ। ਸੋ ਇਸ ਕਰਕੇ ਜਿਹੜੀਆਂ ਭਾਸ਼ਾਵਾਂ ਹੁੰਦੀਆਂ ਨੇ ਨਾ, ਉਹ ਆਪਣੇ ਆਪ ਦੇ ਨਾਲ ਬੜਾ ਕੁਛ ਨਾਲ ਲੈ ਕੇ ਆਉਂਦੀਆਂ, ਬੜਾ ਪਾਵਰ ਸਟਰਕਚਰ ਉਹਨਾਂ ਦੇ ਨਾਲ ਬੰਨਿਆ ਹੋਇਆ ਹੁੰਦਾ। ਅਤੇ ਜਦੋਂ ਇਹਨਾਂ ਭਾਸ਼ਾਵਾਂ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਕਿ ਇੱਕ ਇੰਟੈਲੀਜੈਂਟ ਲੋਕਾਂ ਦੀ, ਇੱਕ ਆਮ ਲੋਕਾਂ ਦੀ ਭਾਸ਼ਾ, ਅਤੇ ਫਿਰ ਜਿਹੜੇ ਆਮ ਲੋਕ ਨੇ ਉਹ ਅਕਸਰ ਹੀ ਇੰਟੈਲੀਜੈਂਟ ਲੋਕਾਂ ਦੀ ਭਾਸ਼ਾ ਤੋਂ ਪ੍ਰਭਾਵਿਤ ਹੋਣਾ ਸ਼ੁਰੂ ਕਰ ਦਿੰਦੇ ਨੇ। ਉਸ ਚੱਕਰ ਦੇ ਵਿੱਚ ਉਹਨਾਂ ਨੂੰ ਆਪਣੀ ਭਾਸ਼ਾ ਦੇ ਨਾਲ ਇੱਕ ਹੀਨ ਭਾਵਨਾ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦੇ ਆ। ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਮੈਂ ਇਹ ਭਾਸ਼ਾ ਬੋਲਦਾ ਇਸ ਕਰਕੇ ਮੈਂ ਛੋਟਾ, ਜੋ ਕਿ ਸਾਡੇ ਪੰਜਾਬ ਦੇ ਵਿੱਚ ਇਹ ਗੱਲ ਹੈਗੀ ਆ। ਸਾਡੇ ਸਕੂਲਾਂ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਕਿਹਾ ਜਾਂਦਾ ਤੁਸੀਂ ਜਾਂ ਤਾਂ ਇੰਗਲਿਸ਼ ਬੋਲਣੀ ਹੈ ਜਾਂ ਹਿੰਦੀ ਬੋਲਣੀ ਹੈ, ਉਹ ਕੀ ਹੈ? ਉਹ ਬਕਾਇਦਾ ਇਸ ਚੀਜ਼ ਨੂੰ ਕ੍ਰੀਏਟ ਕੀਤਾ ਜਾ ਰਿਹਾ ਔਰ ਕੀਤਾ ਗਿਆ ਹੈ ਕਿ ਜਿਹੜਾ ਬੰਦਾ ਅੰਗਰੇਜ਼ੀ ਬੋਲਦਾ ਉਹ ਬਹੁਤ ਇੰਟੈਲੀਜੈਂਟ ਹੈ, ਜਿਹੜਾ ਹਿੰਦੀ ਬੋਲਦਾ ਚਲੋ ਉਹਦੇ ਵਰਗਾ ਤਾਂ ਇੰਟੈਲੀਜੈਂਟ ਨਹੀਂ ਹੋ ਸਕਦਾ, ਪਰ ਉਹਦੇ ਜਿੰਨਾ ਕੁ ਥੋੜ੍ਹਾ ਬਹੁਤ ਇੰਟੈਲੀਜੈਂਟ ਹੈਗਾ, ਅਤੇ ਜਿਹੜਾ ਪੰਜਾਬੀ ਬੋਲਦਾ ਬਿਲਕੁਲ ਦੇਸੀ ਆ। ਇਸ ਤਰੀਕੇ ਨਾਲ ਜਿਹੜੀਆਂ ਭਾਸ਼ਾਵਾਂ ਦੇ ਨਾਲ ਸਾਡੇ ਦਿਮਾਗਾਂ ਦੇ ਉੱਤੇ ਸੱਟ ਮਾਰੀ ਜਾਂਦੀ ਹੈ, ਜਦ ਕਿ ਸਾਨੂੰ ਆਪਣੀ ਭਾਸ਼ਾ ਦਾ, ਔਰ ਇਹ ਹੁੰਦਾ ਉਦੋਂ ਹੈ ਜਦੋਂ ਸਾਡੇ ਘਰਾਂ ਦੇ ਵਿੱਚ ਹੀ ਸਾਡੀ ਭਾਸ਼ਾ ਦਾ ਗਿਆਨ ਨਾ ਹੋਵੇ, ਜਦੋਂ ਸਾਨੂੰ ਪਤਾ ਹੀ ਨਾ ਹੋਵੇ ਕਿ ਸਾਡੀ ਭਾਸ਼ਾ ਦੀ ਜੜ ਕੀ ਹੈ, ਸਾਨੂੰ ਪਤਾ ਹੀ ਨਾ ਹੋਵੇ ਕਿ ਸਾਡੀ ਭਾਸ਼ਾ ਕਿਉਂ ਇੰਪੋਰਟੈਂਟ ਹੈ। ਸੋ ਇਹ ਜਿਹੜੀਆਂ ਗੱਲਾਂ, ਇਹਨੂੰ ਆਪਾਂ ਅਗਰ ਹੋਰ ਥੋੜ੍ਹਾ ਘੋਖਦੇ ਜਾਈਏ ਜਾਂ ਹੋਰ ਸੋਚਦੇ ਜਾਈਏ ਤਾਂ ਆਪ ਜੀ ਨੂੰ ਬਹੁਤ ਸਾਰੀਆਂ ਇਹਦੀਆਂ ਲੇਅਰਸ ਲੱਭਣਗੀਆਂ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਲੱਭਣਗੀਆਂ ਜਿਹਦੇ ਵਿੱਚ ਤੁਸੀਂ ਇਹ ਗੱਲ ਮੇਰੇ ਨਾਲ ਬਕਾਇਦਾ ਮੰਨੋਗੇ ਕਿ ਭਾਸ਼ਾ ਦੇ ਨਾਲ ਹੀ, ਜੇ ਤੁਸੀਂ ਸੋਚਦੇ ਹੋ ਕਿ ਮੇਰੀ ਭਾਸ਼ਾ ਉਨੀ ਹੀ ਵਧੀਆ ਹੈ ਜਿੰਨੀ ਕਿਸੇ ਹੋਰ ਦੀ, ਤਾਂ ਤੁਹਾਡਾ ਕੌਨਫੀਡੈਂਸ ਬੂਸਟ ਹੁੰਦਾ ਆ, ਤੁਸੀਂ ਕੌਨਫੀਡੈਂਟਲੀ ਗੱਲ ਕਰ ਸਕਦੇ ਹੋ। ਹੁਣ ਅੰਗਰੇਜ਼ੀ ਵਿੱਚ ਵੀ ਅਗਰ ਦੇਖੋ ਤਾਂ 2-4 ਉਹਦੇ ਵਿੱਚ ਵੀ ਲੇਅਰਸ ਆਉਂਦੀਆਂ। ਜਿਹੜੇ ਲੋਕ ਤਾਂ ਅੰਗਰੇਜ਼ੀ ਬੋਲਦੇ ਨੇ ਨੋਰਮਲ, ਜਿੱਦਾਂ ਦੀ ਉਹਨਾਂ ਦੀ ਭਾਸ਼ਾ ਉੱਦਾਂ ਬੋਲਦੇ, ਜਿਹੜੇ ਕੁਝ ਐਕਸੈਂਟ ਦੇ ਵਿੱਚ ਅੰਗਰੇਜ਼ੀ ਬੋਲਣਾ ਸ਼ੁਰੂ ਕਰ ਦਿੰਦੇ ਨੇ, ਅਕਸਰ ਲੋਕਾਂ ਦਾ ਝੁਕਾਅ ਉਹਨਾਂ ਵੱਲ ਜ਼ਿਆਦਾ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਅੰਗਰੇਜ਼ਾਂ ਵਾਂਗੂ ਅੰਗਰੇਜ਼ੀ ਬੋਲਦੇ ਨੇ। ਇੱਥੇ ਹੀ ਰਹਿੰਦੇ ਇੱਕ ਭਾਜੀ ਮੇਰੇ, ਤਾਂ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਸੀ ਅਤੇ ਉਹ ਕਹਿੰਦੇ ਕਿ ਦੇਖੋ ਮੇਰੀ ਆ ਬੇਟੀ ਆ, ਕਹਿੰਦੇ ਜਿੰਨੀ ਛੋਟੀ ਬੱਚੀ ਆ ਉਹ 3 ਸਾਲ ਦੀ, ਜਿੰਨੀ ਅੰਗਰੇਜ਼ੀ ਇਹ ਬੋਲ ਲੈਂਦੀ ਕਹਿੰਦੇ ਮੈਨੂੰ ਤਾਂ ਆਈ ਨਹੀਂ। ਤਾਂ ਹੀ ਉਹ ਸਾਡੇ ਪੰਜਾਬ ਵਾਲੇ ਕਹਿੰਦੇ ਨਲਾਇਕ ਹੁੰਦੇ ਆ। ਮੈਨੂੰ ਉਹਨਾਂ ਦੇ ਉੱਤੇ ਹਾਸਾ ਵੀ ਆਇਆ ਅਤੇ ਮੈਂ ਉਹਨਾਂ ਨੂੰ ਕਿਹਾ ਕਿਉਂਕਿ ਇਹ ਇੱਥੇ ਦੀ ਜੰਮੀ ਪਲੀ ਆ, ਮਾਂ ਉਹਦੀ ਅੰਗਰੇਜ਼ ਹੈ, ਇਸ ਕਰਕੇ ਉਹ ਅੰਗਰੇਜ਼ੀ ਬੋਲਦੀ ਆ। ਪਰ ਉਹਨਾਂ ਨੂੰ ਇਹ ਗੱਲ ਸਮਝਾਉਣਾ ਬਹੁਤ ਔਖਾ ਆ। ਉਹਨਾਂ ਨੂੰ ਲੱਗਦਾ ਕਿ ਨਹੀਂ, ਮੇਰੀ ਬੱਚੀ ਅੰਗਰੇਜ਼ੀ ਬੋਲ ਰਹੀ, ਇਸ ਕਰਕੇ ਉਹ ਪੰਜਾਬ ਦੇ ਜਿਹੜੇ ਹੋਰ ਇੰਟੈਲੀਜੈਂਟ ਲੋਕ ਨੇ ਉਹਨਾਂ ਤੋਂ ਵੀ ਕਿਤੇ ਵਧੀਆ ਹੈ। ਇਹ ਸਾਡੀ ਮਾਨਸਿਕਤਾ ਹੈ। ਸਾਨੂੰ ਜਦੋਂ ਅਸੀਂ ਆਪਣੇ ਆਪ ਨੂੰ ਪਰਖਾਂਗੇ, ਸਾਨੂੰ ਇਸ ਮਾਨਸਿਕਤਾ ਨੂੰ ਪਰਖਣਾ ਪਊਗਾ। ਸੋਚ ਕੇ ਦੇਖਿਓ ਜੇ ਕਿ ਪੰਜਾਬੀ ਨਾਲੋਂ ਅਸੀਂ ਹਿੰਦੀ ਨੂੰ ਬੈਟਰ ਮੰਨਦੇ ਹਾਂ, ਹਿੰਦੀ ਨਾਲੋਂ ਅਸੀਂ ਅੰਗਰੇਜ਼ੀ ਨੂੰ ਬੈਟਰ ਮੰਨਦੇ ਹਾਂ, ਅਤੇ ਅੰਗਰੇਜ਼ੀ ਵਿੱਚ ਵੀ ਅਸੀਂ ਉਸ ਅੰਗਰੇਜ਼ੀ ਨੂੰ ਹੋਰ ਬੈਟਰ ਮੰਨਦੇ ਹਾਂ ਜਿਹੜੀ ਅੰਗਰੇਜ਼ਾਂ ਦੇ ਸਟਾਈਲ ਦੇ ਵਿੱਚ ਬੋਲੀ ਜਾਵੇ। ਇਹਦਾ ਕਾਰਨ ਕੀ ਹੈ? ਕਿਉਂਕਿ ਸਾਡਾ ਅੱਜ ਵੀ ਝੁਕਾਅ ਇਹੀ ਹੈ ਕਿ ਅੰਗਰੇਜ਼ ਸਾਡੇ ਨਾਲੋਂ ਕਿਤੇ ਬੈਟਰ ਹੈ। ਸੋ ਇਹ ਸਾਡੇ ਆਪਣੇ ਮਨੋਦਸ਼ਾ ਦੀਆਂ ਗੱਲਾਂ ਨੇ। ਖੈਰ ਆਪਾਂ ਅੱਗੇ ਗੱਲ ਤੋਰਦੇ ਹਾਂ। ਤਾਂ ਜਦੋਂ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੀ ਜਿਹੜੀ ਇਹਦੇ ਨਾਲ ਵਿੱਚੋਂ ਦੀ ਜੋ ਇੱਕ ਕੌਨਫਲਿਕਟ ਦੇ ਵਿੱਚੋਂ ਜੋ ਇੱਕ ਸੁਸਾਇਟੀ ਖੜੀ ਹੋਈ, ਜਿਹਦੇ ਵਿੱਚ ਕਲਾਸ ਸਿਸਟਮ ਆ ਗਿਆ, ਜਿਹਦੇ ਵਿੱਚ ਕਾਸਟ ਸਿਸਟਮ ਆ ਗਿਆ, ਜਾਤੀ ਦੇ ਆਧਾਰ ਦੇ ਉੱਤੇ ਵਰਨ ਵੰਡ ਹੋ ਗਈ, ਉਸ ਸਿਸਟਮ ਨੂੰ ਤੋੜਨ ਦੇ ਲਈ ਗੁਰੂ ਨਾਨਕ ਪਾਤਸ਼ਾਹ ਬਕਾਇਦਾ ਆਮ ਜਨ ਮਾਨਸ ਦੀ ਭਾਸ਼ਾ ਦੇ ਵਿੱਚ ਹੀ ਬਾਣੀ ਉਚਾਰਦੇ ਨੇ, ਔਰ ਬਕਾਇਦਾ ਜਿੰਨੀ ਵੀ ਬਾਣੀ ਉਹ ਇਕੱਠੀ ਕਰਦੇ ਨੇ ਭਗਤਾਂ ਦੀ ਬਾਣੀ, ਤਾਂ ਉਸ ਨੂੰ ਵੀ ਜਦੋਂ ਅੱਗੇ ਲਿਖਿਆ ਜਾਂਦਾ ਤਾਂ ਉਹ ਉਸੇ ਲਿਪੀ 'ਚ ਲਿਖਿਆ ਜਾਂਦਾ ਜਿਸ ਆਮ ਜਨ ਮਾਨਸ ਦੀ ਭਾਸ਼ਾ ਦੇ ਵਾਲੇ ਅੱਖਰਾਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਤਰਤੀਬ ਦੇ ਕੇ ਗੁਰਮੁਖੀ ਲਿਪੀ ਸਾਡੀ ਝੋਲੀ ਪਾਉਂਦੇ ਨੇ। ਉਸੇ ਹੀ ਲਿਪੀ ਦੇ ਵਿੱਚ ਬਾਕੀ ਸਾਰਿਆਂ ਨੂੰ ਵੀ ਲਿਖਿਆ ਜਾਂਦਾ। ਹੁਣ ਇਹਦੇ ਵਿੱਚ ਔਰ ਸਿਰਫ ਇੱਥੋਂ ਤੱਕ ਗੱਲ ਖਤਮ ਨਹੀਂ ਹੋ ਜਾਂਦੀ। ਗੁਰੂ ਅੰਗਦ ਦੇਵ ਪਾਤਸ਼ਾਹ ਬਕਾਇਦਾ
ਪਾਠਸ਼ਾਲਾ ਸ਼ੁਰੂ ਕਰਦੇ ਨੇ ਔਰ ਉਸ ਲਿਪੀ ਨੂੰ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰਦੇ ਨੇ। ਹੁਣ ਅਸੀਂ ਇਸ ਨੂੰ ਜਿਹੜਾ ਸਮਝਣ ਦੀ ਕੋਸ਼ਿਸ਼ ਕਰੀਏ, ਜਾਂ ਤਾਂ ਅਸੀਂ ਆਪਣੇ ਗੁਰੂਆਂ ਤੋਂ ਵੱਧ ਸਿਆਣੇ ਹੋ ਗਏ, ਜੋ ਸਾਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਗੁਰਮੁਖੀ ਦੀ ਲੋੜ ਕੋਈ ਨਹੀਂ, ਜਿਹਦੇ 'ਚ ਮਰਜ਼ੀ ਜਿਹੜੀ ਮਰਜ਼ੀ ਭਾਸ਼ਾ 'ਚ ਸਮਝ ਆਉਣੀ ਚਾਹੀਦੀ ਹੈ। ਅਗਰ ਇਹੀ ਗੱਲ ਹੁੰਦੀ ਤਾਂ ਮੈਂ ਇਹਦੇ ਵਿੱਚ ਵੀ ਆਪਾਂ ਇਹਦੇ ਬਾਰੇ ਵੀ ਡਿਸਕਸ ਹੁਣੇ ਕਰਦੇ ਹਾਂ। ਅਗਰ ਇਹੀ ਗੱਲ ਹੁੰਦੀ ਤਾਂ ਗੁਰੂ ਪਾਤਸ਼ਾਹ ਆਪ ਹੀ ਕੰਮ ਕਰ ਸਕਦੇ ਸੀ, ਕਿਉਂਕਿ ਉਸ ਸਮੇਂ ਦੇ ਉੱਤੇ ਤਾਂ ਸੰਸਕ੍ਰਿਤ ਆਲਰੇਡੀ ਪ੍ਰਚਲਿਤ ਸੀਗੀ ਨਾ, ਇੰਟੈਲੀਜੈਂਟ ਲੋਕਾਂ ਦੀ ਭਾਸ਼ਾ ਵਾਂਗੂ। ਪਰ ਉਹਨਾਂ ਨੇ ਜਨਮਾਨਸ ਦੀ ਭਾਸ਼ਾ ਚੁਣੀ। ਕਿਉਂ ਚੁਣੀ? ਕਿਉਂਕਿ ਉਹ ਇਸ ਸਟਰਕਚਰ ਨੂੰ ਤੋੜਨਾ ਚਾਹੁੰਦੇ ਸੀ। ਇਸ ਕਲਾਸ ਸਟਰਕਚਰ ਨੂੰ ਮੁੱਢ ਤੋਂ ਖਤਮ ਕਰਨ ਦੇ ਲਈ ਪਹਿਲੀ ਜਿਹੜੀ ਗੱਲ ਹੈ ਉਹ ਆਉਣੀ ਸੀਗੀ ਉਹਨਾਂ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਕੌਨਫੀਡੈਂਸ ਦੇਣਾ ਕਿ ਜਿਸ ਪਰਮਾਤਮਾ ਦੀ ਗੱਲ ਸੰਸਕ੍ਰਿਤ ਦੇ ਵਿੱਚ ਹੋ ਸਕਦੀ ਹੈ, ਉਸੇ ਪਰਮਾਤਮਾ ਦੀ ਗੱਲ ਤੁਹਾਡੀ ਆਪਣੀ ਭਾਸ਼ਾ 'ਚ ਵੀ ਹੋ ਸਕਦੀ ਹੈ, ਸ਼ਾਇਦ ਉਸ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਸਕਦੀ ਹੈ। ਹੁਣ ਜਦੋਂ ਇਹ ਸਾਰੇ ਆਪਾਂ ਵਰਤਾਰੇ ਨੂੰ ਦੇਖਦੇ ਹਾਂ ਤਾਂ ਸਾਡੇ ਕੋਲ ਹੋਰ ਅਗਲੀਆਂ ਗੱਲਾਂ ਜਿਹੜੀਆਂ ਆਪਾਂ ਕੌਨਸੈਪਟਸ ਦੇ ਬਾਰੇ ਸਮਝਦੇ ਜਾਵਾਂਗੇ ਕਿ ਪਾਠਸ਼ਾਲਾ ਸ਼ੁਰੂ ਹੋਈ, ਲਿਪੀ ਦਾ ਸਾਨੂੰ ਉਹਨਾਂ ਨੇ ਗਿਆਨ ਦੇਣਾ ਸ਼ੁਰੂ ਕੀਤਾ। ਹੁਣ ਅਗਰ ਆਪਾਂ ਆਪਣੀ ਉਸ ਲਿਪੀ ਨੂੰ ਅੱਜ ਛੱਡ ਦਿੰਦੇ ਹਾਂ ਜਾਂ ਉਹਨਾਂ ਅੱਖਰਾਂ ਨੂੰ ਛੱਡ ਦਿੰਦੇ ਹਾਂ ਤਾਂ ਅਸੀਂ ਬਕਾਇਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੇ ਆਪਣੇ ਵਿਚਕਾਰ ਉਹੀ ਜਿਹੜਾ ਇੱਕ ਉਸੇ ਤਰ੍ਹਾਂ ਦਾ ਹੀ ਇੱਕ ਭੇਦ ਪੈਦਾ ਕਰ ਲਵਾਂਗੇ, ਇੱਕ ਡਿਫਰੈਂਸ ਪੈਦਾ ਕਰ ਲਵਾਂਗੇ, ਜਿਸ ਤਰੀਕੇ ਦਾ ਡਿਫਰੈਂਸ ਪੁਰਾਣੇ ਲੋਕਾਂ ਨੇ ਸੰਸਕ੍ਰਿਤ ਤੇ ਪ੍ਰਾਕ੍ਰਿਤ ਦੇ ਵਿੱਚ ਪੈਦਾ ਕਰ ਲਿਆ ਸੀ। ਕਿਉਂਕਿ ਸਾਨੂੰ ਖੁਦ ਨੂੰ ਪੜ੍ਹਨੀ ਆਉਣੀ ਨਹੀਂ, ਅਸੀਂ ਲਿਪੀ ਪੜ੍ਹਨੀ ਨਹੀਂ, ਸਾਨੂੰ ਪਤਾ ਨਹੀਂ ਕਿ ਗੁਰਮੁਖੀ ਕੀ ਹੈ, ਕਿੱਦਾਂ ਲਿਖੀ ਹੈ, ਅਸੀਂ ਪੜ੍ਹਨੀ ਨਹੀਂ। ਫਿਰ ਸਾਡੇ ਵਾਸਤੇ ਕੀ ਹੋਊਗਾ ਕਿ ਜਾਂ ਤਾਂ ਕੋਈ ਸਾਨੂੰ ਟਰਾਂਸਲੇਟ ਕਰਕੇ ਦੱਸੇ, ਤੇ ਜਾਂ ਫਿਰ ਅਗਰ ਕੋਈ ਉਹ ਟਰਾਂਸਲੇਟ ਕਰਕੇ ਨਹੀਂ ਦੱਸ ਰਿਹਾ ਤੇ ਜਾਂ ਫਿਰ ਉਹ ਭਾਈ ਜੀ ਜਿਹੜੇ ਉੱਥੇ ਗੁਰੂ ਮਹਾਰਾਜ ਦੀ ਤਾਬਿਆਂ ਤੇ ਬੈਠੇ ਸਾਨੂੰ ਉਹੀ ਦੱਸ ਦੇਣ ਕਿ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ। ਇੱਥੇ ਜ਼ਰਾ ਧਿਆਨ ਦਈਏ, ਜਦੋਂ ਅਸੀਂ ਗੁਰਬਾਣੀ ਕਹਿੰਦੇ ਹਾਂ ਤਾਂ ਉਹ ਗੁਰੂ ਦੀ ਬਾਣੀ ਹੈ। ਜਿਹੜੇ ਭਾਈ ਸਾਹਿਬ ਬੈਠੇ ਸਾਨੂੰ ਪਾਠ ਕਰਕੇ ਸੁਣਾ ਰਹੇ ਨੇ ਉਹ ਗੁਰੂ ਬਾਣੀ ਪੜ੍ਹ ਕੇ ਸਾਨੂੰ ਸੁਣਾ ਰਹੇ ਨੇ। ਗੁਰੂ ਦੀ ਚਿੱਠੀ ਹੈ, ਉਹ ਉਸ ਚਿੱਠੀ ਨੂੰ ਸਾਨੂੰ ਪੜ੍ਹ ਕੇ ਸੁਣਾ ਰਹੇ ਨੇ। ਪਰ ਜਦੋਂ ਸਾਨੂੰ ਗੁਰਬਾਣੀ ਸਮਝ ਹੀ ਨਾ ਪਈ, ਸਾਨੂੰ ਪਤਾ ਹੀ ਨਾ ਲੱਗਿਆ ਕਿ ਸਤਿਨਾਮ ਦਾ ਮਤਲਬ ਕੀ, ਤਾਂ ਫਿਰ ਅਸੀਂ ਉਹਨਾਂ ਨੂੰ, ਉਹ ਭਾਈ ਸਾਹਿਬ ਨੂੰ ਪੁੱਛਾਂਗੇ ਕਿ ਇਹਦਾ ਮਤਲਬ ਕੀ। ਹੁਣ ਭਾਈ ਸਾਹਿਬ ਹੋਣ ਜਾਂ ਮੈਂ ਹੋਵਾਂ ਜਾਂ ਕੋਈ ਵੀ ਹੋਵੇ, ਉਹ ਉਸ ਨੂੰ ਆਪਣੀ ਮਤ ਮੁਤਾਬਕ ਸਾਨੂੰ ਟਰਾਂਸਲੇਟ ਕਰਕੇ ਦੱਸੂਗਾ। ਸੋ ਹੁਣ ਉਹ ਗੁਰਬਾਣੀ ਕਿੱਥੇ ਰਹਿ ਗਈ ਫਿਰ? ਕਿਉਂਕਿ ਗੁਰਬਾਣੀ ਤਾਂ ਉਹੀ ਹੈ ਜੋ ਗੁਰੂ ਨੇ ਉਚਾਰੀ ਹੈ ਔਰ ਉਹਨੂੰ ਉਸੇ ਹੀ ਭਾਸ਼ਾ ਦੇ ਵਿੱਚ ਸਮਝਣਾ ਪਊਗਾ। ਜੇ ਉਹਨੂੰ ਅੰਗਰੇਜ਼ੀ ਜਾਂ ਹਿੰਦੀ ਜਾਂ ਕਿਸੇ ਵੀ ਹੋਰ ਭਾਸ਼ਾ ਵਿੱਚ ਆਪਾਂ ਸਮਝਦੇ ਹਾਂ ਤਾਂ ਉਹ ਉਸ ਟਰਾਂਸਲੇਟਰ ਦੀ ਗੱਲ ਬਣ ਗਈ ਕਿ ਉਹਨੇ ਕੀ ਕਹਿਣਾ ਚਾਹਿਆ। ਹੁਣ ਕਿਸੇ ਦਾ ਮਤਲਬ ਕੋਈ ਕਹਿੰਦਾ ਕਿ ਸਤਨਾਮ ਦਾ ਮਤਲਬ ਇਹ ਹੈ, ਮੇਰੇ ਵਰਗਾ ਕੋਈ ਆਪਣੀ ਵਿੱਚ ਲਾ ਦਿੰਦਾ, ਕੋਈ ਹੋਰ ਕੁਛ ਲਾ ਦਿੰਦਾ। ਇਹਨਾਂ ਸਾਰੀਆਂ ਗੱਲਾਂ ਦੇ ਇੰਨੀਆਂ ਸਾਰੀਆਂ ਇੰਟਰਪ੍ਰੀਟੇਸ਼ਨਸ ਦੇ ਵਿੱਚੋਂ ਗੁਰੂ ਮਹਾਰਾਜ ਤੁਹਾਡੇ ਨਾਲ ਕਿੱਦਾਂ ਗੱਲ ਕਰਨਾ ਚਾਹੁੰਦੇ ਨੇ, ਉਹ ਤੁਹਾਨੂੰ ਸਤਨਾਮ ਕੀ ਸਮਝਾਉਣਾ ਚਾਹੁੰਦੇ ਨੇ, ਗੁਰਮਤ ਦੇ ਅਕੋਰਡਿੰਗ ਸਤਨਾਮ ਜਿਹੜਾ ਹੈ ਉਹ ਗੁਰੂ ਹੀ ਸਮਝਾ ਸਕਦਾ, ਆਮ ਬੰਦੇ ਦੇ ਵੱਸ ਦੀ ਗੱਲ ਹੈ ਨਹੀਂ। ਪਰ ਜਦੋਂ ਅਸੀਂ ਇਸ ਤੋਂ ਅਲੱਗ ਹੁੰਦੇ ਜਾਵਾਂਗੇ, ਦੋ ਗੱਲਾਂ ਆਉਣਗੀਆਂ, ਦੋ ਰਿਜ਼ਲਟ ਇਹਦੇ ਬਣ ਸਕਦੇ ਆ ਜਦੋਂ ਅਸੀਂ ਆਪਣੀ ਲਿਪੀ ਤੋਂ ਦੂਰ ਹੁੰਦੇ ਗਏ। ਪਹਿਲਾ ਤੇ ਅਸੀਂ ਆਪਣੇ ਵਿੱਚ ਹੀ ਕੋਈ ਨਾ ਕੋਈ ਬ੍ਰਾਹਮਣ ਕ੍ਰੀਏਟ ਕਰ ਲਾਂਗੇ। ਦੂਸਰਾ, ਅਸੀਂ ਆਪਣੇ ਗੁਰੂ ਤੋਂ, ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹਮੇਸ਼ਾ ਲਈ ਟੁੱਟ ਜਾਵਾਂਗੇ। ਤੇ ਇੱਕ ਗੱਲ ਆਪਾਂ ਯਾਦ ਰੱਖ ਲਈਏ, ਸਾਡੀ ਜਿਹੜੀ ਵੱਖਰੀ ਹੋਂਦ ਹੈ ਜਿਹਦੇ ਉੱਤੇ ਅਸੀਂ ਅੱਜ ਇੰਨਾ ਪ੍ਰਾਊਡ ਕਰਦੇ ਹਾਂ, ਜਿਹਦੇ ਬਾਰੇ ਅਸੀਂ ਕਹਿੰਦੇ ਹਾਂ ਕਿ ਅਸੀਂ ਸਿੱਖ ਹੁੰਦੇ ਹਾਂ, ਸਾਡਾ ਜਿਹੜਾ ਧਰਮ ਆ ਉਹ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ, ਜਾਂ ਜਿਸ ਤਰੀਕੇ ਨਾਲ ਵੀ ਅਸੀਂ ਆਪਣੇ ਧਰਮ ਨੂੰ ਸਮਝਦੇ ਹਾਂ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਸਾਡਾ ਵਾਸਤਾ ਟੁੱਟ ਗਿਆ, ਸਿੱਖੀ ਦੀ ਕੋਈ ਹਸਤੀ ਰਹਿਣੀ ਨਹੀਂ, ਸਿੱਖਾਂ ਦੀ ਕੋਈ ਹਸਤੀ ਰਹਿਣੀ ਨਹੀਂ, ਮਾਫ਼ ਕਰਨਾ, ਸਿੱਖਾਂ ਦੀ ਕੋਈ ਹਸਤੀ ਰਹਿਣੀ ਨਹੀਂ, ਹੈ ਨਾ। ਉਸ ਸਮੇਂ ਜੇ ਮੇਰੇ ਕੋਲ, ਮੈਂ ਆਪਣੇ ਗੁਰੂ ਨਾਲ ਗੱਲ ਨਹੀਂ ਕਰ ਸਕਦੀ, ਜੇ ਮੈਂ ਗੁਰੂ ਗ੍ਰੰਥ ਸਾਹਿਬ ਤੱਕ ਮੇਰੀ ਪਹੁੰਚ ਹੀ ਹੈ ਨਹੀਂ, ਤਾਂ ਮੈਂ ਗੁਰਸਿੱਖ ਨਹੀਂ ਹੋ ਸਕਦੀ। ਕਿਉਂਕਿ ਗੁਰੂ ਤੱਕ ਪਹੁੰਚਣ ਦਾ ਮੇਰੇ ਕੋਲ ਇੱਕੋ ਹੀ ਜ਼ਰੀਆ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਖੁਦ ਆਪ ਨੇ। ਸੋ ਇਸ ਕਰਕੇ ਸਾਨੂੰ ਸਾਡੀ ਜਿਹੜੀ ਲਿਪੀ ਹੈ ਉਹ ਆਪਣੇ ਬੱਚਿਆਂ ਨੂੰ ਸਮਝਾਉਣੀ। ਬਹੁਤ ਸਾਰੇ ਲੋਕ ਮੇਰੇ ਕੋਲ ਸਵਾਲ ਇਹ ਕਰਦੇ ਨੇ ਕਿ ਸਾਡੇ ਬੱਚਿਆਂ ਨੂੰ ਅਸੀਂ ਸਿੱਖੀ ਨਾਲ ਕਿੱਦਾਂ ਜੋੜੀਏ ਸਿੱਖੀ ਦੇ ਨਾਲ। ਬੱਚਿਆਂ ਨੂੰ ਇੰਟਰਸਟ ਆਊਗਾ, ਪਰ ਸਭ ਤੋਂ ਪਹਿਲਾਂ ਆਪਾਂ ਨੂੰ ਉਹਨਾਂ ਹੀ ਕਦਮਾਂ 'ਤੇ ਚੱਲਣਾ ਪਊਗਾ ਜਿਸ ਤਰੀਕੇ ਨਾਲ ਗੁਰੂ ਮਹਾਰਾਜ ਨੇ ਸਾਨੂੰ ਕੋਡ ਦਿੱਤੇ ਨੇ, ਜਿਸ ਤਰੀਕੇ ਨਾਲ ਸਾਨੂੰ ਉਹਨਾਂ ਨੇ ਰੂਲ ਦਿੱਤੇ ਨੇ। ਅਗਰ ਉਹਨਾਂ ਨੇ ਗੁਰਮੁਖੀ ਲਿਪੀ ਦਾ ਰੂਲ ਦਿੱਤਾ ਹੈ, ਸਾਨੂੰ ਮੰਨਣਾ ਪਊਗਾ, ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਪਊਗਾ ਕਿ ਬੇਟਾ ਆਹ ਆ ਤੁਹਾਡੀ ਲਿਪੀ, ਤੁਹਾਡੀ ਭਾਸ਼ਾ ਇਹ ਆ। ਜਦੋਂ ਅਸੀਂ ਕਹਿੰਦੇ ਨਹੀਂ ਇਹਨਾਂ ਦੀ ਤਾਂ ਹੁਣ ਜਿਹੜੀ ਭਾਸ਼ਾ ਉਹ ਅੰਗਰੇਜ਼ੀ ਹੋ ਗਈ, ਇੱਥੇ ਰਹਿ ਰਹੇ ਨੇ ਇੰਨੇ ਸਾਲਾਂ ਤੋਂ, ਇਹਨਾਂ ਦੀ ਭਾਸ਼ਾ ਅੰਗਰੇਜ਼ੀ ਹੋ ਗਈ, ਸੌਰੀ,
ਉਹਨਾਂ ਦੀ ਰੀਜਨਲ ਭਾਸ਼ਾ ਅੰਗਰੇਜ਼ੀ ਹੋ ਸਕਦੀ ਹੈ, ਪਰ ਗੁਰਮੁਖੀ ਹੀ ਉਹਨਾਂ ਦੀ ਮਦਰ ਟੰਗ ਰਹੂਗੀ। ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਮਾਂ-ਬਾਪ ਮੰਨਦੇ ਆ, ਤੁਹਾਡੀ ਮਰਜ਼ੀ। ਬਾਕੀ ਸਿੱਖਾਂ ਦੇ ਜਿਹੜੇ ਮਾਂ-ਬਾਪ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਸਾਹਿਬ ਕੌਰੀ ਨੇ, ਔਰ ਜਿਨ੍ਹਾਂ ਦੇ ਮਾਂ-ਬਾਪ ਉਹ ਨੇ, ਉਹਨਾਂ ਦੀ ਮਾਤਰ ਭਾਸ਼ਾ ਵੀ ਗੁਰਮੁਖੀ ਹੀ ਰਹੂਗੀ। ਇਹ ਗੱਲਾਂ ਸਾਨੂੰ ਸਮਝਣੀਆਂ, ਆਪਣੇ ਪਹਿਲਾਂ ਦਿਮਾਗ 'ਚ ਬਿਠਾਉਣੀਆਂ ਪੈਣਗੀਆਂ, ਫਿਰ ਅਸੀਂ ਆਪਣੇ ਬੱਚਿਆਂ ਨੂੰ ਸਮਝਾ ਸਕਦੇ ਹਾਂ। ਹੁਣ ਅਗਲਾ ਸਵਾਲ ਇਹ ਹੈ ਕਿ ਗੁਰੂ ਸਾਹਿਬ ਨੇ ਇਹਨਾਂ ਹੀ ਗੱਲਾਂ ਦੇ ਵਿੱਚ ਜੋ ਆਪਾਂ ਕੀਤੀਆਂ ਉਹਦੇ ਵਿੱਚ ਹੀ ਇਹ ਗੱਲ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਨਵੀਂ ਲਿਪੀ ਦੀ ਜਗ੍ਹਾ ਸੰਸਕ੍ਰਿਤ ਵਿੱਚ ਹੀ ਨਿਰਮਾਣ ਕਿਉਂ ਨਾ ਕਰ ਦਿੱਤਾ। ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਕਲਾਸ ਸਿਸਟਮ ਨੂੰ ਤੋੜਨ ਦੇ ਲਈ ਤਾਂ ਉਹਨਾਂ ਨੇ ਇਹ ਕੀਤਾ ਸੀ। ਅਗਰ ਉਹ ਸੰਸਕ੍ਰਿਤ ਦੇ ਵਿੱਚ ਹੀ ਕਰ ਦਿੰਦੇ ਤਾਂ ਫਿਰ ਤਾਂ ਉਹ ਕਲਾਸ ਸਿਸਟਮ ਤਾਂ ਉੱਥੇ ਹੀ ਰਹਿਣਾ ਸੀ, ਫਿਰ ਆਮ ਜਨ ਮਾਨਸ ਤੱਕ ਤਾਂ ਉਹ ਕਦੀ ਪਹੁੰਚਣਾ ਹੀ ਨਹੀਂ ਸੀ, ਹੈ ਨਾ। ਤੇ ਦੂਸਰੀ ਗੱਲ ਇੱਕ ਇਹ ਵੀ ਸਮਝਣੀ ਬੜੀ ਜ਼ਰੂਰੀ ਹੈ, ਇਹ ਜਾਣਨੀ ਵੀ ਬੜੀ ਜ਼ਰੂਰੀ ਹੈ ਕਿ ਜਿਹੜੀ ਆਮ ਜਨਮਾਨਸ ਦੀ ਭਾਸ਼ਾ ਜੋ ਪ੍ਰਾਕ੍ਰਿਤ ਸੀ ਉਸ ਸਮੇਂ, ਉਹ ਇੱਥੋਂ ਦੇ ਲੋਕਾਂ ਦੀ, ਉਸ ਖਿੱਤੇ ਦੇ ਲੋਕਾਂ ਦੀ ਭਾਸ਼ਾ ਸੀ, ਔਰ ਜਿਹੜੀ ਸੰਸਕ੍ਰਿਤ ਸੀ ਉਹ ਪੰਜਾਬੀ ਦੇ ਮੁਕਾਬਲੇ ਬੜੀ ਨਵੀਂ ਭਾਸ਼ਾ ਸੀ। ਇਹਦੇ ਵਾਸਤੇ ਮਯਲ ਸਾਹਿਬ ਦੀ ਕਿਤਾਬ ਵੀ ਹੈਗੀ ਆ, ਉਹ ਕਿਤਾਬ ਵੀ ਅਗਰ ਮੈਨੂੰ ਹੁਣ ਉਹਦਾ ਨਾਮ ਵਿਸਰ ਗਿਆ, ਅਗਲੀ ਵਾਰੀ ਮੈਂ ਅਗਲੇ ਐਪੀਸੋਡ ਵਿੱਚੋਂ ਨਾਮ ਜ਼ਰੂਰ ਦੱਸ ਦਿਉਂਗੀ। ਬਟ ਹਿਸਟਰੀ ਆਫ ਪੰਜਾਬੀ ਲੈਂਗੁਏਜ, 5000 years ਆਫ ਪੰਜਾਬੀ ਲੈਂਗੁਏਜ, ਇਵੇਂ ਕਰਕੇ ਕੁਛ ਉਹ ਕਿਤਾਬ ਹੈ, ਮੈਨੂੰ ਸੌਰੀ ਮੇਰਾ ਨਾਮ ਵਿਸਰ ਗਿਆ, ਪਰ ਉਹ ਕਿਤਾਬ ਵੀ ਆਪਾਂ ਨੂੰ ਜ਼ਰੂਰ ਖਰੀਦ ਲੈਣੀ ਚਾਹੀਦੀ ਹੈ, ਪੜ੍ਹ ਲੈਣੀ ਚਾਹੀਦੀ ਹੈ ਕਿ ਉਹਦੇ ਵਿੱਚ ਕੀ ਲਿਖਿਆ। ਬਹੁਤਾ ਕੁਛ ਨਹੀਂ ਤਾਂ ਕੁਛ ਇੰਨੀ ਕੁ ਸਮਝ ਸਾਡੇ ਪੈਂਦੀ ਹੈ ਕਿ ਪੰਜਾਬੀ ਜਿਹੜੀ ਭਾਸ਼ਾ ਹੈ ਉਹ ਬਕਾਇਦਾ ਸੰਸਕ੍ਰਿਤ ਨਾਲੋਂ ਕਿਤੇ ਪੁਰਾਣੀ ਭਾਸ਼ਾ ਹੈ। ਅਗਲੀ ਜਿਹੜਾ ਸਵਾਲ ਹੈ ਉਹ ਹੈ ਕਿ ਗੁਰੂ ਸਾਹਿਬ ਨੇ ਕੋਈ ਵੀ ਹੋਰ ਲਿਪੀ ਵਿੱਚ ਟਰਾਂਸਲੇਟ ਕਰਨ ਦੀ ਬਜਾਏ ਗੁਰਮੁਖੀ ਹੀ ਕਿਉਂ ਚੁਣੀ। ਹੁਣ ਇਸ ਨੂੰ ਆਪਾਂ ਸਮਝੀਏ, ਇਹ ਗੱਲ ਬੜੀ ਇੰਪੋਰਟੈਂਟ ਹੈ ਔਰ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਗੁਰੂ ਪਾਤਸ਼ਾਹ ਨੇ ਆਮ ਜਨਮਾਨਸ ਦੀ ਭਾਸ਼ਾ ਦੇ ਵਿੱਚੋਂ ਅੱਖਰ ਲਏ ਔਰ ਫਿਰ ਉਹਨਾਂ ਦੇ ਜਿਹੜੇ ਸਿੰਬਲ ਸੀ, ਹੁਣ ਅੱਖਰ ਹੋਰ ਹੁੰਦੇ ਆ ਔਰ ਐਲਫਾਬੈਟ ਹੋਰ ਹੁੰਦੇ ਆ, ਉਹ ਐਲਫਾਬੈਟ ਲਏ ਔਰ ਉਹਨਾਂ ਨੂੰ ਜੋ ਤਰਤੀਬ ਦਿੱਤੀ ਹੈ ਉਹ ਗੁਰੂ ਅੰਗਦ ਦੇਵ ਮਹਾਰਾਜ ਨੇ ਦਿੱਤੀ ਹੈ। ਕਿਉਂਕਿ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਪੱਟੀ ਲਿਖੀ ਦੇਖਦੇ ਹਾਂ ਤਾਂ ਉਹਦੀ ਤਰਤੀਬ ਉੱਥੇ ਡਿਫਰੈਂਟ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਜੋ ਸਾਨੂੰ 35 ਅੱਖਰੀ ਦਿੰਦੇ, ਉਹਦੀ ਤਰਤੀਬ ਸਾਡੇ ਕੋਲ ਵੱਖਰੀ ਆ ਜਾਂਦੀ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸਾਨੂੰ ਉਹ ਬਕਾਇਦਾ ਇੱਕ ਤਰਤੀਬ ਦਿੱਤੀ। ਹੁਣ ਉਹ ਤਰਤੀਬ ਦੇਣ ਦਾ ਉਹ ਕਾਰਨ ਕੀ ਸੀ? ਜਦੋਂ ਅਸੀਂ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਗੱਲ ਕਰ ਰਹੇ ਹਾਂ ਤਾਂ ਦਰਅਸਲ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਹੀ ਗੱਲ ਕਰ ਰਹੇ ਹਾਂ। ਇਹ ਗੱਲ ਆਪਾਂ ਬਾਰ-ਬਾਰ ਮੈਂ ਦੁਹਰਾਉਂਦੀ ਰਹੂੰਗੀ, ਸਮਝ ਲਈਏ। ਚਾਹੇ ਅਸੀਂ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰੀਏ, ਗੱਲ ਅਸੀਂ ਗੁਰੂ ਨਾਨਕ ਦੀ ਹੀ ਕਰ ਰਹੇ ਹਾਂ, ਕਿਉਂਕਿ ਸੰਪੂਰਨ ਸਿੱਖੀ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਕੋਈ ਵੀ ਐਸੀ ਇੱਕ ਘਟਨਾ ਨਹੀਂ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੇ ਪੂਰਨਿਆਂ ਦੇ ਉੱਤੇ ਨਾ ਚੱਲੀ ਹੋਵੇ। ਉਹ ਗੁਰੂ ਨਾਨਕ ਪਾਤਸ਼ਾਹ ਨੇ ਹੀ ਸਾਨੂੰ ਦੱਸਿਆ ਹੈ, ਉਹਦੇ ਵਿੱਚੋਂ ਨਿਕਲ ਕੇ ਆਇਆ। ਔਰ 10 ਗੁਰੂ ਸਾਹਿਬਾਨ ਦਾ ਜੀਵਨ ਕਾਲ ਜੋ ਹੈ ਉਹ ਬਕਾਇਦਾ ਪਹਿਲੇ ਗੁਰੂ ਦੇ ਜੀਵਨ ਦਾ ਹੀ ਵਿਸਥਾਰ ਹੈ, ਜੋ ਉਹਨਾਂ ਨੇ ਪੂਰਨੇ ਪਾਏ। ਬਾਕੀ ਗੁਰੂ ਸਾਹਿਬਾਨਾਂ ਨੇ ਬਕਾਇਦਾ ਉਹਨਾਂ ਪੂਰਨਿਆਂ ਨੂੰ ਪੱਕਾ ਕਰਕੇ ਸਾਨੂੰ ਦ੍ਰਿੜ ਕਰਕੇ ਉਹ ਰੂਲ ਸਮਝਾਏ ਨੇ। ਸੋ ਇਹਦੇ ਵਿੱਚ ਗੱਲ ਕੀ ਸੀ ਕਿ ਜਦੋਂ ਹੁਣ ਉਹਦੇ ਨਾਲ ਹੋਇਆ ਕਿ ਇੱਕ ਕੌਮੀਅਤ ਖੜੀ ਹੁੰਦੀ ਹੈ। ਕੌਮੀਅਤ ਖੜੀ ਹੋਣ ਦਾ ਮਤਲਬ ਕੀ ਹੈ? ਜਦੋਂ ਸਾਡੇ ਕੋਲ ਇੱਕ ਭਾਸ਼ਾ, ਇੱਕ ਲਿਪੀ ਹੈ ਤਾਂ ਸਾਡੀ ਸਾਰਿਆਂ ਦੀ ਜਿਹੜੀ ਕੌਮੀਅਤ, ਚਾਹੇ ਮੈਂ ਮੱਧ ਪ੍ਰਦੇਸ਼ ਦੇ ਵਿੱਚ ਰਹਿ ਰਹੀ ਹਾਂ, ਚਾਹੇ ਮੈਂ ਅਸਾਮ ਦੇ ਵਿੱਚ ਰਹਿ ਰਹੀ ਹਾਂ, ਚਾਹੇ ਮੈਂ ਨੇਪਾਲ ਦੇ ਵਿੱਚ ਰਹਿ ਰਹੀ ਹਾਂ, ਚਾਹੇ ਮੈਂ ਕੈਨੇਡਾ ਦੇ ਵਿੱਚ ਰਹਿ ਰਹੀ ਹਾਂ, ਅਗਰ ਮੇਰੇ ਕੋਲ ਪੰਜਾਬੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਗੁਰਮੁਖੀ ਵਿੱਚ ਹੀ ਹੈ ਨਾ, ਤਾਂ ਜਦੋਂ ਸਾਡੇ ਕੋਲ ਇੱਕ ਭਾਸ਼ਾ ਹੈ, ਇੱਕ ਲਿਪੀ ਹੈ, ਤਾਂ ਉਸੇ ਵੇਲੇ ਹੀ ਅਸੀਂ ਇੱਕ ਕੌਮ ਦੇ ਵਿੱਚ ਬੱਝ ਜਾਂਦੇ ਹਾਂ। ਇਸੇ ਚੀਜ਼ ਨੂੰ ਆਪਾਂ ਹੋਰ ਸਮਝੀਏ ਕਿ ਅਗਰ ਮੰਨ ਲਓ ਕਿ ਗੁਰੂ ਮਹਾਰਾਜ ਇਹ ਕਹਿੰਦੇ ਕਿ, ਜਾਂ ਕਿਉਂਕਿ ਉਹਨਾਂ ਨੇ ਕਿਹਾ ਨਹੀਂ, ਉਹਨਾਂ ਦਾ ਇਹ ਪਲਾਨ ਹੀ ਨਹੀਂ ਸੀ ਕਦੀ, ਇਹ ਅਸੀਂ ਬਣਾ ਲਿਆ ਕਿ ਹਰ ਕਿਸੇ ਨੂੰ, ਜੇ ਕੋਈ ਸਪੈਨਿਸ਼ ਸਮਝਦਾ ਉਹਨੂੰ ਸਪੈਨਿਸ਼ ਦੇ ਵਿੱਚ ਟਰਾਂਸਲੇਟ ਕਰਕੇ ਦੇ ਦਿਓ, ਕੋਈ ਫਰੈਂਚ ਸਮਝਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫਰੈਂਚ ਵਿੱਚ ਟਰਾਂਸਲੇਟ ਕਰ ਦਿਓ। ਸਾਡੇ ਦਿਮਾਗ ਨੇ, ਗੁਰੂ ਪਾਤਸ਼ਾਹ ਨੇ ਇੰਝ ਨਹੀਂ ਕੀਤਾ। ਉਹਦੇ ਨਾਲ ਕੌਮੀਅਤ ਸਿਰਜੀ ਨਹੀਂ ਜਾ ਸਕਦੀ। ਹੁਣ ਕੌਮੀਅਤ ਸਿਰਜੀ ਜਾਣ ਦਾ ਮਤਲਬ ਕੀ ਹੈ? ਮੈਂ ਕਿਤੇ ਪੜ੍ਹਿਆ ਸੀ, ਇੰਗਲਿਸ਼ ਐਕਸਪਲੋਰਰ ਹੋਏ ਨੇ, ਪਤਾ ਨਹੀਂ ਅੱਜ ਨਾਵਾਂ ਦੇ ਨਾਲ ਗੜਬੜ ਹੋ ਰਹੀ ਹੈ, ਕਿ ਇੰਗਲਿਸ਼ ਐਕਸਪਲੋਰਰ ਹੋਏ ਨੇ, ਉਹਨਾਂ ਨੇ ਬਹੁਤ ਪਹਿਲਾਂ, ਔਰ ਇਹ ਮੈਰੀ ਲੂਇਸ ਪ੍ਰੈਟ ਦੀ ਕਿਤਾਬ ਹੈ ਇੰਪੀਰੀਅਲ ਆਈਜ਼, ਉਹਦੇ ਵਿੱਚ ਉਹਨੇ ਲਿਖਿਆ ਇੰਗਲਿਸ਼ ਸਪੀਕਿੰਗ ਪੀਪਲ ਯੂਨਾਈਟ। ਹੁਣ ਇੰਗਲਿਸ਼ ਸਪੀਕਿੰਗ ਪੀਪਲ ਯੂਨਾਈਟ ਦਾ ਮਤਲਬ ਕੀ? ਕਿ ਜਿੰਨੇ ਵੀ ਲੋਕ ਅੰਗਰੇਜ਼ੀ ਭਾਸ਼ਾ ਬੋਲਦੇ ਨੇ ਉਹ ਇੱਕ ਕੌਮ ਬਣ ਜਾਓ। ਸਾਨੂੰ ਉਸੇ ਤਰ੍ਹਾਂ ਦੀ ਕੌਮੀਅਤ ਖੜੀ ਕਰਕੇ ਦਿੱਤੀ ਹੈ ਗੁਰੂ ਪਾਤਸ਼ਾਹ ਨੇ।
ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ, ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਗਏ ਹੋਈਏ, ਮੰਨ ਲਓ ਕਿ ਮੈਂ ਕਿਸੇ ਐਸੀ ਜਗ੍ਹਾ ਦੇ ਉੱਤੇ ਜਾਣੀ ਹੈ, ਐਸਟੋਨੀਆ ਦੇ ਵਿੱਚ ਜਾਣੀ ਹੈ ਮੰਨ ਲਓ, ਉੱਥੇ ਜਾ ਕੇ ਹੁਣ ਮੈਨੂੰ ਕੋਈ ਨਹੀਂ ਲੱਭ ਰਿਹਾ ਔਰ ਮੇਰੇ ਲਾਗੇ ਕੋਈ ਬੱਸ ਦੇ ਵਿੱਚ ਜਾ ਰਿਹਾ ਔਰ ਇੱਕਦਮ ਉਹ ਫੋਨ 'ਤੇ ਗੱਲ ਕਰ ਰਿਹਾ ਔਰ ਉਹ ਪੰਜਾਬੀ 'ਚ ਗੱਲ ਕਰ ਰਿਹਾ। ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਜੇ। ਉਹ ਪੰਜਾਬੀ 'ਚ ਗੱਲ ਕਰ ਰਿਹਾ, ਮੈਂ ਇੱਕਦਮ ਉਹਦੇ ਵੱਲ ਦੇਖੂੰਗੀ ਔਰ ਸੋਚੂੰਗੀ ਅੱਛਾ ਇਹ ਪੰਜਾਬੀ 'ਚ ਗੱਲ, ਇਹ ਮੇਰਾ ਆਪਣਾ ਹੈ ਨਾ। ਹੁਣ ਇਹਦੇ ਵਿੱਚ ਅਕਸਰ ਲੋਕ ਆ ਜਾਂਦੇ, ਨਹੀਂ ਜੀ ਬਾਬਾ ਜੀ ਨੇ ਤਾਂ ਕਿਹਾ, ਗੁਰੂ ਮਹਾਰਾਜ ਨੇ ਕਿਹਾ ਕਿ ਸਾਰੀ ਦੁਨੀਆ ਸਾਰੀ ਕਾਇਨਾਤ ਹੀ ਤੁਹਾਡੀ ਆਪਣੀ ਹੈ। ਬੇਸ਼ੱਕ ਆਪਣੀ ਹੈ, ਪਰ ਜਦੋਂ ਅਸੀਂ ਆਪਣੇ ਘਰ ਦਾ ਕੋਈ ਮੈਂਬਰ ਦੇਖਦੇ ਹਾਂ ਤਾਂ ਸਾਨੂੰ ਅਕਸਰ ਜ਼ਿਆਦਾ ਚਾਅ ਚੜ੍ਹਦਾ ਆ ਬਾਕੀਆਂ ਨਾਲੋਂ। ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਬਾਕੀ ਕੁੱਲ ਦੁਨੀਆ ਨੂੰ ਵੇਖ ਕੇ ਤੇ ਬੜਾ ਗੁੱਸਾ ਚੜ੍ਹਦਾ ਵੀ ਇਹ ਕਿੱਥੋਂ ਆ ਗਏ, ਨਹੀਂ, ਇਹ ਗੱਲ ਨਹੀਂ ਹੈ। ਸਾਨੂੰ ਆਪਣੇ ਘਰ ਦਾ ਮੈਂਬਰ, ਆਪਣੇ ਘਰ ਦਾ ਜੀਅ ਵੇਖ ਕੇ ਜ਼ਿਆਦਾ ਖੁਸ਼ੀ ਚੜ੍ਹਦੀ ਹੈ। ਜਦੋਂ ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲੇ ਦਿਨ ਇੱਥੇ ਇਸ ਬਰਮਿੰਘਮ ਏਅਰਪੋਰਟ ਦੇ ਉੱਤੇ ਉਤਰੀ, ਮੇਰੇ ਆਸ-ਪਾਸ ਬਹੁਤ ਸਾਰੇ ਲੋਕ ਸੀ ਔਰ ਪਤਾ ਨਹੀਂ ਕਿਸ ਤਰੀਕੇ ਨਾਲ, ਬਟ ਉਸ ਫਲਾਈਟ ਦੇ ਵਿੱਚ ਮੈਂ ਕੋਈ ਸਰਦਾਰ, ਪਗੜੀਧਾਰੀ ਕੋਈ ਸਰਦਾਰ ਦੇਖਿਆ ਨਹੀਂ। ਤਾਂ ਮੈਂ ਜਦੋਂ ਆਈ ਆ ਕੇ ਮੈਨੂੰ ਥੋੜ੍ਹਾ ਜਿਹਾ ਮੈਨੂੰ ਇਹ ਵੀ ਕਿ ਓਪਰਾ ਜਿਹਾ ਦੇਸ਼, ਓਪਰੇ ਜਿਹੇ ਲੋਕ ਹੈ ਨਾ। ਹੁਣ ਹੈ ਤਾਂ ਸਾਰੇ ਇਨਸਾਨ ਸੀ, ਮੈਨੂੰ ਕਿਸੇ ਵੱਲ ਦੇਖ ਕੇ ਗੁੱਸਾ ਨਹੀਂ ਸੀ ਚੜ੍ਹ ਰਿਹਾ, ਸਭ ਵੱਲ ਦੇਖ ਕੇ ਮੈਨੂੰ ਠੀਕ ਹੀ ਲੱਗ ਰਿਹਾ ਸੀ। ਫਿਰ ਮੈਨੂੰ ਪਤਾ ਲੱਗਾ ਕਿ ਇੱਥੇ ਜਿਹੜੀ ਟਰੋਲੀ ਆ ਉਹਨੂੰ ਕੱਢਣ ਦੇ ਲਈ 1 ਪਾਊਂਡ ਦੀ ਲੋੜ ਪੈਂਦੀ ਹੈ। ਤਾਂ ਮੇਰੇ ਕੋਲ ਜੋ ਮੈਂ ਪੈਸੇ ਪਿੱਛੋਂ ਲੈ ਕੇ ਆਈ ਸੀ ਉਹ ਸਾਰੇ ਨੋਟਾਂ ਦੇ ਵਿੱਚ ਸੀ, ਪਾਊਂਡ ਸੀਗਾ ਨਹੀਂ ਮੇਰੇ ਕੋਲ। ਅਤੇ ਹੁਣ ਟਰੋਲੀ ਮੇਰੇ ਕੋਲ, ਮੈਨੂੰ ਸਮਝ ਨਾ ਆਵੇ ਕਿ ਮੈਂ ਕਿੱਦਾਂ ਕੱਢਾਂ। ਅਤੇ ਉੱਥੇ ਮੈਨੂੰ ਸਾਹਮਣੇ ਉਹਦੀ ਆਉਂਦੇ ਹੋਏ ਇੱਕ ਸਰਦਾਰ ਜੀ ਦਿਖੇ, ਉਹਨਾਂ ਨੇ ਪਗੜੀ ਬੰਨੀ ਹੋਈ ਸੀ। ਹੁਣ ਉਹ ਪੂਰੀ ਭੀੜ ਦੇ ਵਿੱਚੋਂ ਮੈਨੂੰ ਲੱਗਾ ਕਿ ਇਹ ਮੇਰਾ ਆ, ਮੈਂ ਇਹਦੇ ਨਾਲ ਗੱਲ ਕਰ ਸਕਦੀ। ਮੈਂ ਉਹਨਾਂ ਦੇ ਕੋਲ ਗਈ ਅਤੇ ਮੈਂ ਉਹਨਾਂ ਨੂੰ ਪੰਜਾਬੀ 'ਚ ਕਿਹਾ, ਮੈਂ ਕਿਹਾ ਭਾਜੀ ਮੈਂ ਗਈ ਹਾਂ ਫਸ, ਅਤੇ ਮੇਰੇ ਕੋਲ ਹੁਣ ਇੱਥੇ 1 ਪਾਊਂਡ ਹੈ ਨਹੀਂ, ਮੇਰੇ ਕੋਲ 10 ਪਾਊਂਡ ਦਾ ਨੋਟ ਆ, ਤੁਸੀਂ ਉਹ ਲੈ ਲਓ ਅਤੇ ਮੈਨੂੰ ਟੁੱਟੇ ਪੈਸੇ ਦੇ ਦਿਓ ਕਿਉਂਕਿ ਮੈਂ ਟਰੋਲੀ ਲੈਣੀ ਆ ਅਤੇ ਉਹਦੇ ਨਾਲ ਮੈਂ ਆਪਣੇ ਜਿਹੜੇ ਬੈਗ ਆ ਉਹ ਲੈ ਕੇ ਜਾਣੇ ਆ। ਉਹਨਾਂ ਨੇ ਆਪਣੀ ਜੇਬ 'ਚੋਂ ਮੈਨੂੰ 1 ਪਾਊਂਡ ਕੱਢ ਕੇ ਅਤੇ ਮੈਨੂੰ ਕਹਿੰਦੇ ਵੀ ਤੂੰ ਲੈ ਜਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਹਿੰਦੀ ਤੁਸੀਂ ਪੈਸੇ ਕੱਟ ਲਓ। ਕਹਿੰਦੇ ਕੋਈ ਗੱਲ ਨਹੀਂ ਭੈਣ ਜੀ, ਕੋਈ ਗੱਲ ਨਹੀਂ, ਤੁਸੀਂ ਲੈ ਜਾਓ। ਉਹ ਗੱਲ ਮੇਰੇ ਦਿਮਾਗ ਦੇ ਵਿੱਚ ਇਸ ਤਰੀਕੇ ਨਾਲ ਬੈਠੀ ਔਰ ਮੈਂ ਕਿੰਨਾ ਚਿਰ ਸੋਚਦੀ ਰਹੀ ਕਿ ਮੈਂ ਉਹਨਾਂ ਦੇ ਨਾਲ ਹੀ ਇਹ ਗੱਲ ਕਰਨ ਦੇ ਵਿੱਚ ਕੰਫਰਟੇਬਲ ਕਿਉਂ ਸੀ, ਕਿਉਂਕਿ ਉਹ ਮੇਰੇ ਪਰਿਵਾਰ ਦਾ ਹਿੱਸਾ ਸੀ। ਉਹ ਕਿਹੜੇ ਪਰਿਵਾਰ ਦਾ ਹਿੱਸਾ ਸੀ? ਉਸ ਪਰਿਵਾਰ ਦਾ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਣਾ ਕੇ ਦਿੱਤਾ। ਹੁਣ ਇਹ ਹੈ ਕੌਮੀਅਤ ਜੋ ਭਾਸ਼ਾ ਦੇ ਨਾਲ ਖੜੀ ਕੀਤੀ, ਜੋ ਉਹਨਾਂ ਨੇ ਸਾਨੂੰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਪੱਕੀ ਮੋਹਰ ਲਾ ਦਿੱਤੀ ਨਾ ਸਾਡੀ ਦੇਖੀ ਵੱਖਰੀ ਕਰਕੇ, ਜਿਹੜੀ ਪਗੜੀ ਤੋਂ ਮੈਨੂੰ ਪਹਿਚਾਣ ਆਈ। ਪਰ ਹੁਣ ਵੀ ਜਦੋਂ ਕਿਤੇ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ, ਕਦੀ ਬੱਸ ਦੇ ਵਿੱਚ ਜਾਈਏ ਤਾਂ ਕੋਈ ਵੀ ਅਗਰ ਤੁਹਾਡੇ ਕੋਲ ਆ ਕੇ ਬੈਠਦਾ ਹੈ ਔਰ ਉਹ ਆਪਣੇ ਫੋਨ 'ਤੇ ਪੰਜਾਬੀ 'ਚ ਗੱਲ ਕਰਨ ਲੱਗ ਜੇ, ਤੁਸੀਂ ਇੱਕਦਮ ਉਹਦੇ ਨਾਲ ਉਸੇ ਵੇਲੇ ਸੋਚ ਲੈਂਦੇ ਕਿ ਅੱਛਾ ਠੀਕ ਆ, ਮੈਂ ਇਹਦੇ ਨਾਲ ਗੱਲ ਕਰ ਸਕਦਾ, ਕਿਉਂਕਿ ਉਹ ਤੁਹਾਡੀ ਆਪਣੇ ਪਰਿਵਾਰ ਦਾ ਹਿੱਸਾ ਆ। ਨੋ ਮੈਟਰ ਕਿ ਤੁਸੀਂ ਹਿੰਦੂ ਹੋ, ਨੋ ਮੈਟਰ ਤੁਸੀਂ ਤੁਸੀਂ ਮੁਸਲਮਾਨ ਹੋ, ਤੁਸੀਂ ਕ੍ਰਿਸਚਨ ਹੋ, ਤੁਸੀਂ ਪੰਜਾਬੀ ਦੇ ਵਿੱਚ ਹੀ ਬੋਲਦੇ ਆ ਨਾ, ਅਤੇ ਇਮੀਡੀਏਟਲੀ ਅਗਲਾ ਬੰਦਾ ਸਮਝ ਲੈਂਦਾ ਕਿ ਇਹ ਮੇਰਾ ਹੈ, ਇਹ ਮੇਰੇ ਖਿੱਤੇ ਦਾ ਬੰਦਾ ਹੈ। ਸੋ ਇਸ ਤਰੀਕੇ ਨਾਲ ਭਾਸ਼ਾਵਾਂ ਜਿਹੜੀਆਂ ਨੇ ਉਹ ਕ੍ਰੀਏਟ ਕਰਦੀਆਂ ਨੇ ਕੌਮੀਅਤ ਦਾ ਜਜ਼ਬਾ, ਜੋ ਗੁਰੂ ਪਾਤਸ਼ਾਹ ਨੇ ਸਾਨੂੰ ਪਹਿਲਾਂ ਤਾਂ ਭਾਸ਼ਾ ਦੇ ਨਾਲ ਸੀਗਾ ਔਰ ਉਹਦੇ ਨਾਲ ਲਿਪੀ ਦੇ ਕੇ ਸਾਨੂੰ ਉਹਨਾਂ ਨੇ ਬਕਾਇਦਾ ਇੱਕ ਕੌਮ ਦੇ ਰੂਪ ਦੇ ਵਿੱਚ ਸਿਰਜ ਦਿੱਤਾ, ਇੱਕ ਵੱਖਰੀ ਕੌਮ ਦੇ ਰੂਪ ਦੇ ਵਿੱਚ ਸਿਰਜ ਦਿੱਤਾ, ਜਿਨ੍ਹਾਂ ਦੀ ਭਾਸ਼ਾ ਬਕਾਇਦਾ ਲਿਪੀ ਗੁਰਮੁਖੀ ਹੋਊਗੀ, ਉਹਨਾਂ ਦਾ ਗ੍ਰੰਥ ਗੁਰਮੁਖੀ ਲਿਪੀ ਦੇ ਵਿੱਚ ਹੋਊਗਾ। ਸੋ ਹੁਣ ਇਹਦੇ ਵਿੱਚ ਹੀ ਜਿਹੜੀ ਮੈਂ ਬਸ ਥੋੜ੍ਹੀਆਂ ਜਿਹੀ 2 ਹੋਰ ਬੇਨਤੀਆਂ ਕਰਕੇ ਉਸ ਤੋਂ ਬਾਅਦ ਅੱਜ ਦਾ ਜਿਹੜਾ ਐਪੀਸੋਡ ਆ ਉਹਨੂੰ ਵਾਈਂਡ ਅਪ ਕਰੂੰਗੀ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਟਰਾਂਸਲੇਸ਼ਨ ਦੀ, ਬਹੁਤ ਸਾਰੇ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਰ ਹਟੀ ਕਿ ਆਪਾਂ ਸਪੈਨਿਸ਼ ਦੇ ਵਿੱਚ, ਫਰੈਂਚ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਟਰਾਂਸਲੇਟ ਕੀਤੇ। ਹੁਣ ਗੱਲ ਇਹ ਆ ਕਿ ਕੋਈ ਸਵਾਲ ਆਉਂਦਾ ਕਿ ਟਰਾਂਸਲੇਸ਼ਨ ਨਹੀਂ ਹੋਣੀਆਂ ਚਾਹੀਦੀਆਂ, ਬਕਾਇਦਾ ਹੋਣੀਆਂ ਚਾਹੀਦੀਆਂ, ਕਿਉਂਕਿ ਟਰਾਂਸਲੇਸ਼ਨ ਉਹਨਾਂ ਲੋਕਾਂ ਦੇ ਲਈ ਜ਼ਰੂਰੀ ਹੈ ਜਿਨ੍ਹਾਂ ਨੂੰ ਗੁਰਮੁਖੀ ਲਿਪੀ ਜਾਂ ਜੋ ਗੁਰਸਿੱਖ ਨਹੀਂ ਨੇ, ਉਹ ਸਿਰਫ ਸਮਝਣਾ ਚਾਹੁੰਦੇ ਨੇ ਕਿ ਇਸ ਗ੍ਰੰਥ ਦੇ ਵਿੱਚ ਕੀ ਲਿਖਿਆ। ਪਰ ਜਿਨ੍ਹਾਂ ਦੇ ਵਾਸਤੇ ਉਹ ਗ੍ਰੰਥ ਸਿਰਫ ਗ੍ਰੰਥ ਨਹੀਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ, ਉਹਨਾਂ ਦੇ ਲਈ ਉਹਨਾਂ ਦੀ ਹੀ ਭਾਸ਼ਾ ਦੇ ਵਿੱਚ ਗੱਲ ਕਰਨੀ ਜ਼ਰੂਰੀ ਹੈ। ਤੁਸੀਂ ਕਿਸੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਂਦੇ ਆ ਔਰ ਤੁਸੀਂ ਆਪਣਾ ਕੋਈ ਸੁਪਰਵਾਈਜ਼ਰ ਚੁਣ ਲੈਂਦੇ ਆ। ਹੁਣ ਤੁਸੀਂ ਆਪਣੇ ਸੁਪਰਵਾਈਜ਼ਰ ਨੂੰ ਗਾਈਡ ਨਹੀਂ ਕਰ ਸਕਦੇ ਕਿ ਪਹਿਲਾਂ ਤੂੰ ਮੇਰੀ ਭਾਸ਼ਾ ਸਿੱਖ ਕੇ ਆ, ਫਿਰ ਮੈਂ ਤੇਰੇ ਕੋਲੋਂ ਪੜ੍ਹੂੰਗਾ। ਫਿਰ ਸਾਨੂੰ ਕਿਉਂ ਲੱਗਦਾ ਹੈ ਕਿ ਅਸੀਂ ਆਪਣੇ ਗੁਰੂ ਨੂੰ ਗਾਈਡ ਕਰ ਸਕਦੇ ਹਾਂ ਕਿ ਤੂੰ ਫਰੈਂਚ ਸਿੱਖ, ਤੂੰ ਫਰੈਂਚ ਵਿੱਚ ਟਰਾਂਸਲੇਟ ਹੋ, ਮੇਰੇ ਨਾਲ ਫਰੈਂਚ 'ਚ ਗੱਲ ਕਰ, ਜਾਂ ਮੇਰੇ ਨਾਲ ਇੰਗਲਿਸ਼ 'ਚ ਗੱਲ ਕਰ, ਜਾਂ ਮੇਰੇ ਨਾਲ ਸਪੈਨਿਸ਼ 'ਚ ਗੱਲ ਕਰ, ਫਿਰ ਮੈਂ ਤੇਰੇ ਨਾਲ ਗੱਲ ਕਰੂੰਗਾ। ਗੁਰੂ ਦੀ ਭਾਸ਼ਾ ਤਾਂ ਗੁਰਮੁਖੀ ਹੀ ਹੈ ਔਰ ਉਹਨਾਂ ਨੇ ਗੁਰਮੁਖੀ ਦੇ ਵਿੱਚ ਹੀ ਗੱਲ ਕਰਨੀ ਹੈ। ਉਸ ਤੋਂ ਬਿਨਾਂ ਅਗਰ ਕੋਈ ਸਿੱਖ ਜਾਂ ਕੋਈ ਗੁਰਸਿੱਖ ਜਿਹੜਾ ਹੈ ਉਹ ਸਮਝਦਾ ਹੈ ਕਿ ਮੈਂ ਟਰਾਂਸਲੇਟਡ
ट्रांसलेशन दे विच गुरु पातशाह नाल गल कर लूँगा, ना, तुसी इंटरप्रैटर नाल तां गल कर रहे हो सकदे हो, गुरु नाल गल नहीं कर रहे हो सकदे। मैं पिछले एपीसोड विच भी ये बेनती कीती सीगी कि अगर गुरु पातशाह ने इंज करना हुंदा तां गुरु महाराज दी हजूरी दे विच पोथियां जिहड़ियां ने वो वंडियां जांदियां हुंदियां सी, और उस वेले पोथियां बकायदा हस्त लिखत हुंदियां सी, क्योंकि हत्थ नाल लिख लिख के, उदों प्रिंटिंग प्रैस तां सी नहीं, तो हत्थ नाल लिख लिख के बकायदा वो वंडदे हुंदे सी। हुण गुरु महाराज ये कह सकदे सीगे कि तुसीं इंज करो कि जिहड़े मध्य प्रदेश वाले सिंह आए ने, सिख आए ने, उन्हां नूं तुसीं उन्हां दी भाशा विच लिख के दिओ, ਜਿਹੜੇ ਉੱਤਰ ਵਾਲੇ ਆਏ ਨੇ ਉਹਨਾਂ ਨੂੰ ਉੱਤਰ, ਜਿਹੜੇ ਦੱਖਣ ਵਾਲੇ ਆਏ ਨੇ ਉਹਨਾਂ ਨੂੰ ਦੱਖਣ ਦੀ ਭਾਸ਼ਾ ਦੇ ਵਿੱਚ ਲਿਖ ਕੇ ਦਿਓ। ਤਾਂ ਫਿਰ ਜਿਹੜਾ ਆਪਾਂ ਇਹ ਸੋਚੀਏ ਕਿ ਜਿਹੜੇ ਅੱਜ ਅਸੀਂ ਇੱਥੇ ਬੈਠੇ ਸਾਡੇ ਸਿਕਲੀਗਰ ਸਿੱਖ ਮੱਧ ਪ੍ਰਦੇਸ਼ ਦੇ ਵਿੱਚ ਬੈਠੇ ਨੇ, ਜਾਂ ਜਿਹੜੇ ਅਸਾਮ ਵਾਲੇ ਸਿੱਖ ਨੇ, ਕਿਆ ਅਸੀਂ ਇਸ ਕੌਮੀਅਤ ਦੇ ਜਜ਼ਬੇ ਦੇ ਨਾਲ ਚੱਲ ਸਕਦੇ ਸੀ? ਕਦੀ ਵੀ ਨਹੀਂ ਚੱਲ ਸਕਦੇ ਸੀ। ਜਾਂ ਸਾਨੂੰ ਅੱਜ ਕਿਉਂ ਲੱਗਣ ਲੱਗ ਗਿਆ ਕਿ ਅਸੀਂ ਬੜੇ ਸਿਆਣੇ ਆ, ਕਿ ਅਸੀਂ ਆਪਣੇ ਗੁਰੂ ਪਾਤਸ਼ਾਹ ਤੋਂ ਵੱਧ ਸਿਆਣੇ ਹੋ ਕੇ, ਜੇ ਉਹਨਾਂ ਨੇ ਪੋਥੀਆਂ ਨੂੰ ਟਰਾਂਸਲੇਟਡ ਕਰਕੇ ਨਹੀਂ ਵੰਡਿਆ, ਅਸੀਂ ਕੌਣ ਹੁੰਦੇ ਆ ਇਸ ਚੀਜ਼ ਨੂੰ ਆਪਣੇ ਆਪ ਹੀ ਸੋਚਣ ਵਾਲੇ ਕਿ ਜਿਹੜੇ ਸਿੱਖਾਂ ਨੂੰ ਸਮਝ ਨਹੀਂ ਆਉਂਦੀ ਪੰਜਾਬੀ ਦੀ ਜਾਂ ਗੁਰਮੁਖੀ ਦੀ, ਉਹਨਾਂ ਨੂੰ ਟਰਾਂਸਲੇਟ ਕਰਕੇ ਦੇ ਦਈਏ। ਹੁਣ ਇਹਦੇ ਵਿੱਚ ਹੀ ਮੇਰਾ ਅੱਜ ਦਾ ਜਿਹੜਾ ਸਮਾਂ ਹੈ ਪ੍ਰੋਗਰਾਮ ਦਾ ਉਹ ਖਤਮ ਹੋ ਰਿਹਾ, ਮੈਨੂੰ ਇਜਾਜ਼ਤ ਨਹੀਂ ਦੇ ਰਿਹਾ। ਗੱਲਾਂ ਇਹਦੇ ਬਾਰੇ ਵਿੱਚ ਹੋਰ ਵੀ ਬਹੁਤ ਹੋ ਸਕਦੀਆਂ ਨੇ, ਬੜਾ ਲੰਬਾ ਸਮਾਂ ਇਹਦੇ ਉੱਤੇ ਬੋਲਿਆ ਜਾ ਸਕਦਾ, ਪਰ ਇੱਕ ਗਲਤੀ ਕੋਈ ਆਪਣੀ ਵੀ ਮੰਨ ਲੈਣੀ ਚਾਹੀਦੀ ਹੈ। ਅਸੀਂ ਪਿੱਛੇ ਜੇ ਦ ਕਿਡਸ ਸ਼ੋਅ ਸ਼ੁਰੂ ਕੀਤਾ, ਅਤੇ ਉਸ ਕਿਡਸ ਸ਼ੋਅ ਦੇ ਵਿੱਚ ਅਸੀਂ ਸਾਡਾ ਮੋਟਿਵ ਇਹ ਸੀਗਾ ਕਿ ਬਕਾਇਦਾ ਇਸ ਨੂੰ ਆਪਾਂ, ਕਿਉਂਕਿ ਬੱਚਿਆਂ ਨਾਲ ਅਸੀਂ ਇੰਟਰੈਕਟ ਕਰਨਾ, ਤਾਂ ਬੱਚਿਆਂ ਨੂੰ ਇੰਗਲਿਸ਼ ਦੇ ਵਿੱਚ ਹੀ ਸਮਝਾਇਆ ਜਾਵੇ ਕਿ ਗੁਰਦੁਆਰਾ ਕੀ ਹੈ। ਬੇਸਿਕ ਕੁਐਸਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟਰਾਂਸਲੇਟ ਕਰਕੇ ਦੱਸਣ ਦੀ ਮੇਰੀ ਔਕਾਤ ਵੀ ਨਹੀਂ, ਔਰ ਮੈਂ ਦੱਸ ਵੀ ਨਹੀਂ ਸਕਦੀ, ਪਰ ਜਿਹੜੀ ਆਮ ਜਿਹੜੇ ਸਿੱਖਾਂ ਦੇ ਨਾਲ ਰਿਲੇਟਡ ਜਿਹੜੇ ਸਵਾਲ ਸੀ, ਅਸੀਂ ਸੋਚਿਆ ਸੀਗਾ ਕਿ ਉਸ ਪ੍ਰੋਗਰਾਮ ਦੇ ਵਿੱਚ ਉਹ ਬੱਚਿਆਂ ਨਾਲ ਡਿਸਕਸ ਕਰਾਂਗੇ, ਅਤੇ ਅੰਗਰੇਜ਼ੀ ਭਾਸ਼ਾ ਬੱਚੇ ਸਮਝਦੇ ਤਾਂ ਉਹਦੇ ਨਾਲ ਵਿੱਚ ਹੀ ਕਰਾਂਗੇ। ਪਰ ਜਦੋਂ ਆਹ ਭਾਸ਼ਾ ਦੇ ਉੱਤੇ ਜਦੋਂ ਮੈਂ ਐਪੀਸੋਡ ਕਰਨੇ ਸ਼ੁਰੂ ਕੀਤੇ ਆ, ਤਾਂ ਇਸ ਗੱਲ ਦੀ ਮੈਨੂੰ ਫੀਲ ਹੋਇਆ ਕਿ ਜੋ ਤੁਸੀਂ ਪ੍ਰੀਚ ਕਰ ਰਹੇ ਆ ਉਹ ਆਪ ਵੀ ਤਾਂ ਹੋ ਰਿਹਾ। ਸੋ ਕਿਡਸ ਸ਼ੋਅ ਜਿਹੜਾ ਹੈ ਉਹ ਹੁਣ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਕਸੀਮਮ ਟਾਈਮ ਪੰਜਾਬੀ ਵਿੱਚ ਹੀ ਬੱਚਿਆਂ ਨਾਲ ਵਾਰਤਾਲਾਪ ਕੀਤੀ ਜਾਵੇ, ਪੰਜਾਬੀ ਵਿੱਚ ਹੀ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਗੱਲ ਦੀ ਮੈਂ ਆਪਣੀ ਗਲਤੀ ਬੇਸ਼ੱਕ ਮੰਨਦੀ ਹਾਂ ਜੀ, ਅੱਗੇ ਤੋਂ ਇਹ ਗਲਤੀ ਕਦੀ ਨਹੀਂ ਹੋਊਗੀ। ਇੰਨੀਆਂ ਅੱਜ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।